ਲੜ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਰਠ ਮਹਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਆਮ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਰਹਾਉ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ। ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲੱਖ ਜਤਨ ਕਰਾਏ। ਕਨਕ ਕਾਮਨੀ ਹੈ ਬਰ ਗਹਿ ਬਰ ਬਹੁ ਵਿਦ ਦਾਨ ਦਾਤਾਰਾ। ਅੰਨ ਵਸਤਰ ਭੂਮ ਬਹੁ ਅਰਪੇ ਨਹ ਮਿਲਿਐ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਹਉ ਹਉ ਕਰਤ ਬੰਧਨ ਮਹਿ ਪਰਿਆ ਨਾ ਮਿਲਿਐ ਇਹ ਜੁਗਤਾ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਸੇਜ ਸੋਨੀ ਚੰਦਨ ਚੁਆ ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲਹਿਨਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹ ਮਨ ਰਾਤਾ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਚਬਰ ਸ਼ਤਰ ਤਥਾ ਵਕਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਮੁਖ ਪਿਆਰੇ ਸਤਸੰਗੀ ਜਨਾਂ ਵੱਲੋਂ ਜੋ ਇਹ ਹਰੇਕ ਮਹੀਨੇ ਦੀ 10 ਤਰੀਕ ਦਾ ਪ੍ਰੋਗਰਾਮ ਵਿਸ਼ੇਸ਼ ਉਲੀਕਿਆ ਜਾਂਦਾ ਹੈ, ਸੋ ਉਸ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋਂ ਵਡਭਾਗੇ ਹੋ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਫਤਿਹ ਸਾਂਝੀ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 641 ਉੱਪਰ ਸੁਭਾਇਮਾਨ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ, ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਘਰ ਦੂਜੇ ਦੇ ਵਿੱਚ ਅਸ਼ਟਪਦੀਆਂ 8 ਪਦਿਆਂ ਵਾਲਾ ਇਹ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਜ਼ਰੀਏ ਲੁਕਾਈ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਇਹ ਰਹਾਉ ਦਾ ਬੰਦ ਹੈ। ਇਸ ਸ਼ਬਦ ਦੇ ਵਿੱਚ 2 ਰਹਾਉ ਵਰਤੇ ਗਏ ਨੇ, ਭਾਵ ਕਿ 2 ਕੇਂਦਰੀ ਭਾਵ। ਪਹਿਲੇ ਰਹਾਉ ਦੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਵੀ ਹੇ ਪਿਆਰੇ, ਹੇ ਸੱਜਣ, ਹੇ ਮਿੱਤਰ, ਹੇ ਉਸ ਮਾਲਕ ਪਰਮਾਤਮਾ ਦਾ ਨਾਮ ਜਪਣ ਵਾਲੇ ਭਾਈ, ਵੇਖ ਧਰਮ ਦੇ ਨਾਂ ਦੇ ਉੱਤੇ ਤੂੰ ਬਹੁਤ ਕੁਝ ਕਰ ਰਿਹਾ ਹੈ। ਕੋਈ ਸ਼ੱਕ ਨਹੀਂ, ਹਰੇਕ ਧਰਮੀ ਮਨੁੱਖ, ਹਰੇਕ ਆਪਣੇ ਆਪਣੇ ਮਜ਼ਹਬ ਧਰਮ ਦੇ ਮੁਤਾਬਕ, ਵੈਸੇ ਇੱਕ ਗੱਲ ਸਪਸ਼ਟ ਹੈ ਵੀ ਜਿਹੜਾ ਧਰਮ ਹੈ ਉਹ ਇੱਕੋ ਹੈ, ਉਹ ਹੈ ਸੱਚ ਧਰਮ। ਬਾਕੀ ਜਿਹੜੇ ਆਪੋ ਆਪਣੇ ਰਹਿਬਰਾਂ ਵੱਲੋਂ ਬਣਾਏ ਗਏ ਨੇ ਉਹਨਾਂ ਨੂੰ ਮਜ਼ਹਬ ਕਹਿ ਸਕਦੇ ਹਾਂ, ਇੱਕ ਫਿਰਕਾ ਕਹਿ ਸਕਦੇ ਹਾਂ, ਉਹਨੂੰ ਪੰਥ ਕਹਿ ਸਕਦੇ ਹਾਂ। ਪਰ ਗੁਰੂ ਪਾਤਸ਼ਾਹ ਜੀ ਜਦੋਂ ਸਾਂਝੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਤਾਂ ਉੱਥੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਕੋਈ ਵੀ ਮਨੁੱਖ ਹੈ, ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਆਪਣੇ ਨਿਯਮਾਂ ਦੇ ਮੁਤਾਬਕ ਕੋਈ ਪਾਠ ਕਰ ਰਿਹਾ ਹੈ, ਕੋਈ ਆਰਤੀ ਕਰ ਰਿਹਾ ਹੈ, ਕੋਈ ਨਮਾਜ਼ ਅਦਾ ਕਰ ਰਿਹਾ ਹੈ, ਕੋਈ ਹੋਰ ਕਿਸੇ ਤਰੀਕੇ ਦੇ ਨਾਲ ਉਸ ਮਾਲਕ ਦੀ ਭਗਤੀ ਸਿਫਤ ਸਲਾਹ ਦੇ ਵਿੱਚ ਜੁੜਿਆ। ਤਰੀਕੇ ਵੱਖੋ ਵੱਖਰੇ ਨੇ, ਪਹੁੰਚ ਇੱਕ ਤੱਕ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਤਰਨ ਕਰਨ ਦੇ ਵਿੱਚ ਫਰਕ ਹੈ। ਕਰਦਾ ਤਾਂ ਹਰ ਕੋਈ ਹੈ, ਅਸੀਂ ਵੀ ਕਰਦੇ ਹਾਂ, ਪਰ ਉਹਦੇ ਪਿੱਛੇ ਹੁਣ ਕਾਰਨ ਕੀ ਹੈ ਕਰਨ ਦਾ, ਭਾਵਨਾ ਕੀ ਹੈ, ਉਸ ਭਾਵਨਾ ਦੇ ਤਹਿਤ ਹੀ ਸਾਨੂੰ ਪਤਾ ਲੱਗੇਗਾ
ਕਿ ਅਸੀਂ ਵਾਕਈ ਸੱਚ ਦੇ ਮਾਰਗ ਤੇ ਚੱਲ ਰਹੇ ਹਾਂ ਜਾਂ ਅਸੀਂ ਆਪੂ ਬਣਾਈਆਂ ਹੋਈਆਂ ਜਿਹੜੀਆਂ ਰੀਤਾਂ ਸਾਡੇ ਵਿੱਚ ਪੈਦਾ ਹੋ ਚੁੱਕੀਆਂ ਨੇ, ਸਿਰਫ ਅਸੀਂ ਉਹਨਾਂ ਨੂੰ ਨਿਭਾ ਰਹੇ ਹਾਂ। ਕਿਉਂਕਿ ਸਾਡਾ ਖਾਲਸਾ ਪੰਥ ਦਾ ਇਹ ਫੈਸਲਾ ਹੈ ਕਿ ਸਿੱਖ ਨੇ ਹਰ ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਉਪਰੰਤ ਜਿੰਨਾ ਹੋ ਸਕਦਾ ਸਹਿਜ ਪਾਠ ਬਾਣੀ ਦਾ ਪਾਠ ਕਰਨਾ ਹੈ। 52 ਵਚਨਾਂ ਦੇ ਵਿੱਚ ਵੀ ਇਹ ਹੁਕਮ ਹੈ ਦਸ਼ਮੇਸ਼ ਪਿਤਾ ਜੀ ਵੱਲੋਂ ਕਿ ਸਿੱਖ ਦਾ ਸਹਿਜ ਪਾਠ ਨਿਰੰਤਰ ਜਾਰੀ ਰਹਿਣਾ ਚਾਹੀਦਾ। ਸਾਡੇ ਨਿਤਨੇਮ ਦੀਆਂ ਬਾਣੀਆਂ ਬੇਸ਼ੱਕ ਮੁਕਰਰ ਕਰ ਦਿੱਤੀਆਂ ਗਈਆਂ ਨੇ ਵੀ ਇੰਨੀਆਂ ਪੜ੍ਹਨੀਆਂ ਨੇ, ਪਰ ਜਿਸ ਤਰ੍ਹਾਂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਤੋਂ ਜਾਂ ਹੋਰ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ, ਉੱਥੋਂ ਜਦੋਂ ਆਰੰਭਤਾ ਹੁੰਦੀ ਹੈ ਅੰਮ੍ਰਿਤ ਵੇਲੇ ਦੀ ਤਾਂ ਆਸਾ ਦੀ ਵਾਰ ਤੋਂ ਹੁੰਦੀ ਹੈ। ਅਸੀਂ ਆਮ ਸੁਣਦੇ ਆ ਰਹੇ ਹਾਂ ਵਿਦਵਾਨਾਂ ਤੋਂ, ਕਥਾਕਾਰਾਂ ਤੋਂ, ਵਿਆਖਿਆਨ ਕਰਨ ਵਾਲਿਆਂ ਤੋਂ ਕਿ ਜਦੋਂ ਸਰਸਾ ਨਦੀ ਦੇ ਉੱਤੇ ਗੁਰੂ ਪਾਤਸ਼ਾਹ ਜੀ ਫੌਜਾਂ ਸਮੇਤ ਪਹੁੰਚਦੇ ਨੇ ਤਾਂ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ, ਆਸਾ ਦੀ ਵਾਰ ਦਾ ਪਾਠ ਕੀਤਾ ਜਾਂਦਾ ਹੈ। ਕੀਰਤਨ ਦਾ ਅਰਥ ਹੈ ਕੀਰਤ ਕਰਨੀ, ਸਿਫਤ ਸਲਾਹ ਕਰਨੀ, ਮਾਲਕ ਦਾ ਜਸ ਗਾਉਣਾ, ਪਰਮਾਤਮਾ ਨੂੰ ਚੇਤੇ ਕਰਨਾ। ਭਾਵ ਕਿ ਇੰਨਾ ਔਖਾ ਸਮਾਂ ਘਰੋਂ ਬੇਘਰ ਹੋ ਚੁੱਕੇ ਨੇ, ਟਿਕਾਣਾ ਕੋਈ ਨਹੀਂ। ਅਸੀਂ ਘਰੋਂ ਕਿਤੇ ਚਲੇ ਜਾਈਏ, ਸਾਨੂੰ ਪਤਾ ਵੀ ਅਸੀਂ ਕਿੱਥੇ ਪਹੁੰਚਣਾ ਹੈ। ਅੱਗੇ ਰਿਸ਼ਤੇਦਾਰ ਹੈ, ਅਸੀਂ ਉੱਥੇ ਘੜੀ ਬਹਿ ਜਾਵਾਂਗੇ, ਅੱਗੇ ਚਲੇ ਜਾਵਾਂਗੇ, ਅੱਗੇ ਸਾਡੇ ਸੱਜਣ ਮਿੱਤਰ ਜਾਣਕਾਰ ਨੇ, ਅਸੀਂ ਉੱਥੇ ਰੁਕ ਜਾਵਾਂਗੇ। ਪਰ ਇੱਕ ਉਹ ਸਮਾਂ ਜਿੱਥੇ ਕੋਈ ਠਹਿਰਾਅ ਦਾ ਪਤਾ ਹੀ ਨਹੀਂ ਵੀ ਕਿੱਥੇ ਜਾ ਕੇ ਰੁਕਣਾ, ਕਿੱਥੇ ਤੱਕ ਜਾ ਕੇ ਰੁਕਿਆ ਜਾਵੇਗਾ ਇਹ ਵੀ ਨਹੀਂ ਪਤਾ, ਟਿਕਾਣਾ ਰੁਕਣ ਵਾਲਾ ਕਿਹੋ ਜਿਹਾ ਹੋਵੇਗਾ ਇਹ ਵੀ ਨਹੀਂ ਪਤਾ, ਉੱਥੇ ਕਿੰਨੇ ਕੁ ਮੌਜੂਦ ਹੋਣਗੇ ਸਾਡੀ ਉਡੀਕ ਦੇ ਵਿੱਚ ਇਹ ਵੀ ਨਹੀਂ ਪਤਾ। ਪਰ ਫਿਰ ਵੀ ਆਪਣਾ ਜਿਹੜਾ ਸਹਾਰਾ ਸਿੱਖਾਂ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਬਣਾਇਆ, ਅਪਣਾਇਆ, ਉਹ ਇੱਕੋ ਇੱਕ ਮਾਲਕ ਸੀ ਕਿ ਉਸ ਸੱਚੇ ਮਾਲਕ ਤੋਂ ਬਿਨਾ ਇਸ ਲੁਕਾਈ ਦੇ ਅੰਦਰ ਸੱਚਾ ਸਹਾਰਾ ਹੋਰ ਕੋਈ ਨਹੀਂ। ਬਾਕੀ ਤਾਂ ਜਿਹੜੀ ਇਹ ਦੁਨੀਆ ਸਾਰਾ ਇੱਕ ਖੇਲ ਹੈ ਉਸ ਮਾਲਕ ਦਾ, ਜਿਹਦੇ ਵਿੱਚ ਆਉਣਾ ਤੇ ਜਾਣਾ ਲੱਗਿਆ ਰਹਿਣਾ। ਇਹ ਤਾਂ ਇੱਕ ਰੁੱਖ ਦੀ ਛਾਂ ਦੇ ਵਾਂਗੂ ਹੈ ਕਿ ਸੂਰਜ ਚੜ੍ਹਨ ਤੋਂ ਲੈ ਕੇ ਢਲਣ ਤੱਕ ਇੱਕ ਰੁੱਖ ਦੀ ਛਾਂ ਵੀ ਇੱਕ ਥਾਂ ਉੱਤੇ ਟਿਕੀ ਨਹੀਂ ਰਹਿ ਸਕਦੀ। ਉਹ ਵੀ ਸੂਰਜ ਦੇ ਚੱਲਣ ਦੇ ਨਾਲ ਜਿੱਧਰ ਨੂੰ ਧਰਤੀ ਘੁੰਮਦੀ ਜਾਏਗੀ, ਸੂਰਜ ਦਾ ਢਲਾਅ ਹੁੰਦਾ ਜਾਏਗਾ, ਛਾਂ ਉਧਰ ਨੂੰ ਹੁੰਦੀ ਜਾਏਗੀ, ਸਥਿਰ ਨਹੀਂ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੱਜਣ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ ਜਿਸ ਨੂੰ ਇਹ ਅਹਿਸਾਸ ਹੋ ਗਿਆ ਵੀ ਹਾਂ, ਮੇਰਾ ਜੁੜਨਾ ਜਿਹੜਾ ਹੈ ਉਹ ਹੁਣ ਉਸ ਮਾਲਕ ਦੇ ਨਾਲ ਹੈ, ਨਾ ਕਿ ਦੁਨਿਆਵੀ ਕਿਸੇ ਰੀਤ ਪ੍ਰੀਤ ਪਿਆਰ ਭੁੱਖ ਤੇ ਨਾਲ, ਘਰ ਨਾਲ ਨਹੀਂ, ਮਕਾਨ ਨਾਲ, ਗੱਡੀ, ਕਿਸੇ ਚੀਜ਼ਾਂ ਨਾਲ ਨਹੀਂ। ਜਿੱਥੇ ਜਾ ਕੇ ਸਿਰਫ ਇੱਕੋ ਇੱਕ ਹੱਲ ਹੈ ਵੀ ਉਹ ਮਾਲਕ ਨੂੰ ਇਹਨਾਂ ਕੋ ਪ੍ਰੇਮਾ ਭਗਤੀ ਦੇ ਨਾਲ ਅਸੀਂ ਚਿੱਤ ਵਿੱਚ ਵਸਾ ਲਈਏ, ਫਿਰ ਚਾਹੇ ਅਸੀਂ ਜਿੱਥੇ ਵੀ ਬੈਠੀਏ, ਜਿੱਥੇ ਵੀ ਖੜੀਏ, ਜਿੱਥੇ ਵੀ ਰਹੀਏ, ਸਾਡੇ ਚੇਤੇ ਦੇ ਵਿੱਚ ਉਹ ਮਾਲਕ ਵਸ ਜਾਵੇ। ਇਸੇ ਕਰਕੇ ਭਗਤ ਸਾਹਿਬਾਨ ਜੀ ਨੇ ਸਾਨੂੰ ਇਹ ਤਰੀਕਾ ਦੱਸ ਦਿੱਤਾ, ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਹੈ ਜਿਹੜਾ ਉਹ ਨਿਰੰਜਨ ਨਾਲ ਰੱਖਣਾ, ਹੱਥਾਂ ਪੈਰਾਂ ਨਾਲ ਕੰਮ ਕਰਨਾ। ਉਦਮ ਕਰਿੰਦਿਆਂ ਜੀਉ ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੇਰੇ ਮਨ ਦੀਆਂ ਚਿੰਤਾਵਾਂ ਤੌਕਲੇ ਫਿਕਰ ਉਹ ਮਾਲਕ ਆਪ ਜਾਣੀ ਜਾਣ ਹੈ, ਉਸ ਦੇ ਵਿੱਚ ਜੁੜ ਜਾਈਏ। ਸਤਿਗੁਰੂ ਕਹਿੰਦੇ ਹੁਣ ਮਨੁੱਖ ਕਰਦਾ ਕੀ ਹੈ, ਧਰਮ ਦੀ ਰੀਤਾਂ ਦੇ ਵਿੱਚ ਵੱਜਿਆ ਹੋਇਆ। ਕਹਿੰਦੇ ਪਾਠ ਪੜ੍ਹਿਓ, ਬਹੁਤ ਪੜ੍ਹਿਆ, ਅੱਜ ਵੀ ਪੜ੍ਹਿਆ ਜਾ ਰਿਹਾ, ਕਿਤੇ ਕੋਈ ਘਾਟ ਹੈ। ਇੱਕ ਪਿੰਡ ਦੇ ਵਿੱਚ ਮੁਬਾਰਕਬਾਦ ਹੈ ਵੀ ਗੁਰਦੁਆਰਾ ਸਾਹਿਬ ਇੱਕ ਹੈ ਇੱਥੇ, ਹੋਰਾਂ ਕਈ ਪਿੰਡਾਂ ਵਿੱਚ ਵੀ ਇੱਕ ਗੁਰਦੁਆਰਾ, ਪਰ
ਜਿਨ੍ਹਾਂ ਪਿੰਡਾਂ ਦੇ ਵਿੱਚ 4-4 5-5 ਗੁਰਦੁਆਰਾ ਸਾਹਿਬ ਨੇ, ਉੱਥੇ ਵੀ ਹੁਣ ਪਾਠ ਤਾਂ ਪੜ੍ਹਿਆ ਜਾ ਰਿਹਾ। ਕੱਲਾ ਗੁਰਦੁਆਰੇ ਕਿਉਂ, ਕਿਤੇ ਵੀ ਆਪਾਂ ਵੇਖ ਲਈਏ, ਹਰ ਪੱਖ ਤੋਂ, ਚਾਹੇ ਉਹ ਮੰਦਿਰ ਹੈ, ਮਸਜਿਦ ਹੈ, ਗਿਰਜਾ ਘਰ ਹੈ, ਜੈਨੀ ਹੈ, ਬੋਧੀ ਹੈ, ਕੋਈ ਵੀ ਹੈ, ਹਰ ਕੋਈ ਆਪਣਾ ਨਿਤਨੇਮ ਦਾ ਜਿਹੜਾ ਕਰਮ ਹੈ, ਭਗਤੀ ਹੈ, ਪਾਠ ਹੈ, ਉਹ ਕਰਦਾ ਹੈ। ਕਹਿੰਦੇ ਪਾਠ ਪੜ੍ਹਿਓ, ਬਹੁਤ ਪੜ੍ਹਿਆ ਕਈਆਂ ਨੇ, ਇੱਕ ਨੇ ਨਹੀਂ, ਕਈਆਂ ਨੇ। ਅਰ ਵੇਦ ਵਿਚਾਰਿਓ, ਕਹਿੰਦੇ ਹੁਣ ਉਹਨਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕੀਤੀ, ਕਿਉਂਕਿ ਹੁਣ ਮੇਰੇ ਵਰਗਾ ਵੀ ਹੈ ਨਾ, ਕੱਲਾ ਪੜ੍ਹਦਾ ਹੀ ਨਹੀਂ, ਵਿਚਾਰ ਵੀ ਕਰ ਲੈਂਦਾ ਹੈ। ਹੁਣ ਵਿਚਾਰ ਵੀ ਕੀਤੀ, ਪਰ ਹੋਇਆ ਕੀ, ਕਹਿੰਦੇ ਅਗਲਾ ਕਰਮ ਵੀ ਕੀਤਾ, ਨਿਵਲ ਭੁਅੰਗਮ ਸਾਧੇ, ਕਹਿੰਦੇ ਖਲੋ ਕੇ, ਗੋਡਿਆਂ ਤੇ ਹੱਥ ਰੱਖ ਕੇ, ਕਈ ਤਰ੍ਹਾਂ ਦੇ ਹੋਰ ਸਾਹ ਬਾਹਰ ਵੱਲ ਕਰਨਾ, ਅੰਦਰ ਖਿੱਚਣਾ, ਏਦਾਂ ਦੇ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ, ਨਿਵਲ ਕਰਮ ਅਪਣਾਏ। ਪੇਟ ਖਾਲੀ ਕਰਨਾ, ਆਂਦਰਾਂ ਨੂੰ ਬਾਹਰ ਕੱਢਣਾ, ਏਦਾਂ ਦੇ ਕਰਮ ਵੀ ਕੀਤੇ, ਜਿਹਨੂੰ ਭੁਅੰਗਮ ਕਿਹਾ ਜਾਂਦਾ ਹੈ, ਜਿਹਦੇ ਵਿੱਚ ਆਮ ਕਰਕੇ ਜੋਗੀ ਲੋਕ ਇਹ ਕਰਦੇ ਹੁੰਦੇ ਸੀ, ਅੱਜ ਦੇ ਨਹੀਂ, ਪਹਿਲਾਂ ਵਾਲੇ। ਉਹਦੇ ਵਿੱਚ ਕਈ ਵਾਰ ਇਹ ਕਰਮ ਕਰਦਿਆਂ ਨਾ, ਜਿਵੇਂ ਕਿ ਮੂੰਹ ਰਾਹੀਂ ਗਿੱਲਾ ਕੱਪੜਾ ਨਿਗਲ ਲੈਣਾ, ਅੰਦਰ ਨੰਗਾਈ ਜਾਣਾ, ਜਦੋਂ ਥੋੜਾ ਜਿਹਾ ਰਹਿ ਜਾਣਾ ਉਹਨੂੰ ਬਾਹਰ ਕੱਢ ਲੈਣਾ। ਭਾਵ ਕਿ ਕੀ ਕਹਿੰਦੇ, ਕਹਿੰਦੇ ਅਸੀਂ ਆਪਣੇ ਅੰਦਰ ਦੀਆਂ ਆਂਦਰਾਂ ਦੀ ਸਫਾਈ ਕਰਦੇ ਹਾਂ ਤਾਂ ਕਿ ਸੁਚਮਤਾ ਰਹਿ ਸਕੇ। ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਜੇਕਰ ਏਦਾਂ ਸੁਚਮਤਾ ਰਹੇ ਫਿਰ ਤਾਂ ਤੁਸੀਂ ਰੱਬ ਨੂੰ ਪਾ ਲੈਂਦੇ, ਫਿਰ ਜੰਗਲਾਂ ਵਿੱਚ ਬੈਠਣ ਦੀ ਕੀ ਲੋੜ ਸੀ। ਫਿਰ ਲੋਕਾਂ ਦੇ ਘਰ ਘਰ, ਜਿਹੜੇ ਘਰਾਂ ਨੂੰ ਛੱਡਿਆ ਉਹਨਾਂ ਘਰਾਂ ਵਿੱਚ ਮੰਗਣ ਜਾਣ ਦੀ ਕੀ ਲੋੜ ਸੀ। ਫਰਕ ਪੈ ਗਿਆ ਨਾ। ਹੁਣ ਕਰਮ ਸਾਰੇ ਕੀਤੇ, ਪਾਠ ਵੀ ਪੜਿਆ, ਵਿਚਾਰ ਵੀ ਕੀਤੀ, ਜੋ ਜੋ ਰਹੁ ਰੀਤਾਂ ਕਹੀਆਂ ਅਸੀਂ ਉਹ ਵੀ ਕੀਤਾ ਜੀ। ਚੌਂਕੜਾ ਲਾ ਕੇ ਬੈਠੋ, ਅੱਖਾਂ ਵਿੱਚੋਂ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਅਸੀਂ ਉਹ ਵੀ ਕਈ ਘੰਟੇ ਕੀਤਾ। ਪਰ ਹੋਇਆ ਕੀ, ਕਹਿੰਦੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਹੁਣ ਪੰਜ ਜਣ ਨੇ ਜਿਹੜੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਹਿੰਦੇ ਇਹਨਾਂ ਤੋਂ ਸੰਗ ਸਾਥ ਛੁੱਟੇ ਹੀ ਨਹੀਂ। ਅੰਦਰ ਲਾਲਸਾ ਹੈ, ਅੰਦਰ ਲਾਲਚ ਹੈ, ਮਾੜੀ ਜੀ ਕਿਸੇ ਦੀ ਗੱਲ ਹੋ ਗਈ, ਕਿਸੇ ਨੇ ਸੱਚ ਕਹਿ ਦਿੱਤਾ ਤਾਂ ਕ੍ਰੋਧੀ ਵੀ ਹੋ ਜਾਂਦੇ ਆ, ਸੁਣਿਆ ਨਹੀਂ ਜਾਂਦਾ, ਸਹਿਣ ਸ਼ਕਤੀ ਨਹੀਂ ਹੈ। ਨਿਮਰਤਾ ਵਾਲਾ ਪੱਖ ਤਾਂ ਬਹੁਤ ਦੂਰ ਦੀ ਗੱਲ। ਵੱਡੇ ਵੱਡੇ ਧਰਮੀਆਂ ਦੇ ਮੂੰਹ ਤੋਂ ਜਦੋਂ ਕਿਤੇ ਏਦਾਂ ਦੀਆਂ ਕੋਈ ਗੱਲਾਂ ਹੁੰਦੀਆਂ ਨਾ, ਜਦੋਂ ਬਹਿ ਕੇ ਕਰੀਦੀਆਂ ਨੇ, ਫਿਰ ਅੰਦਰਲਾ ਜ਼ਹਿਰ ਬਾਹਰ ਆਉਂਦਾ, ਫਿਰ ਸ਼ਬਦਾਵਲੀ ਫੁੱਲਾਂ ਤੋਂ ਕੰਡੇ ਬਣ ਜਾਂਦੀ ਹੈ, ਹਾਲਾਤ ਬਦਲ ਜਾਂਦੇ ਨੇ ਨਾ। ਅਸੀਂ ਲੋਕ ਮੌਕਾ ਪ੍ਰਸਤ ਲੋਕ ਹਾਂ, ਅਸੀਂ ਵੇਖ ਲੈਂਦੇ ਹਾਂ, ਪਰਖ ਲੈਂਦੇ ਹਾਂ ਵੀ ਇੱਥੇ ਕਿਹੋ ਜਿਹੀ ਸ਼ਬਦਾਵਲੀ ਦੀ ਲੋੜ ਹੈ, ਅਸੀਂ ਉਹ ਰੱਖ ਦਿੰਦੇ ਹਾਂ। ਪਰ ਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹ ਸੱਚਾ ਮਾਲਕ ਪਰਮਾਤਮਾ ਹੈ ਜਿਹੜਾ, ਉਹਦੇ ਦਰ ਉੱਤੇ ਸਿਰਫ ਸੁਭਾਅ ਕਿਹੜਾ ਹੈ, ਮਿੱਠ ਬੋਲਾ, ਮਿੱਠ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਮਿੱਠਤ ਨੀਵੀਂ ਨਾਨਕਾ, ਮਿੱਠਤ, ਮਿਠਾਸ ਹੋਵੇ ਜੀਵਨ ਦੇ ਵਿੱਚ। ਜਦੋਂ ਗੱਲ ਚੱਲਦੀ ਹੈ, ਕਹਿੰਦੇ ਸੁਹਾਗਣ ਦੀਆਂ ਨਿਸ਼ਾਨੀਆਂ ਕੀ ਨੇ, ਸੁਹਾਗਣ ਦੀਆਂ ਨਿਸ਼ਾਨੀਆਂ ਕੀ ਨੇ, ਉੱਥੇ ਵੀ ਇਹ ਗੱਲ ਆਈ, ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਕਹਿੰਦੇ ਜੇਬਾ ਤੇ ਤੇਰੇ ਮਿਠਾਸ ਹੋਵੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਜਿਹਨੇ ਭਾਵ ਕਿ ਇਸ ਦੁਨਿਆਵੀ ਰਿਸ਼ਤੇ ਨੂੰ ਵੀ ਨਿਭਾਉਣਾ ਨਾ, ਪਤੀ ਪਤਨੀ ਦੇ, ਤਾਂ ਉੱਥੇ ਪਤੀ ਦੇ ਤੇ ਪਤਨੀ ਦੀ ਜਿਹੜੀ ਆਵਾਜ਼ ਹੈ ਨਾ, ਉਹਦੇ ਵਿੱਚ ਵੀ ਨਿਮਰਤਾ ਹੋਣੀ ਚਾਹੀਦੀ ਹੈ, ਮਿਠਾਸ ਹੋਣੀ ਚਾਹੀਦੀ ਹੈ, ਮਿੱਠ ਬੋਲੜਾ ਸੁਭਾਅ ਹੋਣਾ ਚਾਹੀਦਾ। ਕਹਿੰਦੇ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰਨ ਦੇ ਲਈ ਮਿੱਠ ਬੋਲਾ ਹੋਣਾ ਜ਼ਰੂਰੀ ਹੈ। ਵੇਖੋ ਨਾ, ਕਿੱਡੇ ਕਿੱਡੇ ਕੰਪਨੀਆਂ ਵਾਲੇ ਜਿਹੜੇ ਸਾਡਾ ਪੈਸਾ ਕਢਾ ਕੇ ਲੈ ਜਾਂਦੇ ਨੇ, ਮੁੜ ਕੇ ਲੱਭਦੇ ਵੀ ਨਹੀਂ। ਕੀ ਕਹਿੰਦੇ ਨੇ, ਮਿੱਠ ਬੋਲੀ ਨੇ ਨਾ। ਉਹ ਤੁਹਾਨੂੰ ਆ ਕੇ ਕੋਈ ਗੱਲ ਤੇ ਤਲਵਾਰ ਧਰ ਕੇ ਥੋੜੀ ਕਹਿੰਦਾ ਵੀ ਤੂੰ 50,000 ਲਾਓ ਲੱਖ ਦਊ ਨਾ। ਉਹ ਮਿੱਠੇ ਪਿਆਰੇ ਹੋ ਕੇ ਕਹਿੰਦੇ ਨੇ ਜੀ ਤੁਸੀਂ 50,000 ਭਰੋਗੇ, ਤੁਹਾਨੂੰ ਇੰਨੇ ਬਾਅਦ ਲੱਖ ਮਿਲ ਜਾਏਗਾ। ਪਹਿਲੀ ਵਾਰ ਦੇ ਵੀ ਦਿੰਦੇ ਨੇ, ਤੇ ਬੰਦਾ ਇੱਕ ਵਾਰੀ ਲੱਖ ਲੈ ਕੇ ਦੂਜੀ ਵਾਰ ਕਹਿੰਦਾ ਜੀ ਲਓ 2 ਲੱਖ ਲਾ ਦਿੰਦੇ ਆ।
ਜਿਹੜਾ ਕੋਈ ਘਰ ਦਾ ਸਮਾਨ ਹੁੰਦਾ ਕੀਮਤੀ ਉਹ ਵੀ ਵੇਚ ਕੇ ਪੈਸੇ ਲਾ ਦਿੰਦਾ, ਮੁੜ ਕੇ ਉਹ ਲੱਭਦਾ ਹੀ ਨਹੀਂ। ਫਿਰ ਉਹਦੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਅਸੀਂ ਲੋਹੇ ਲਾਖੇ ਹੋ ਜਾਂਦੇ ਹਾਂ। ਫਿਰ ਉਹਦਾ ਪਿੱਟ ਸਿਆਪਾ, ਧਰਨੇ ਲੱਗਦੇ ਨੇ, ਪ੍ਰਦਰਸ਼ਨ ਹੁੰਦੇ ਨੇ ਵੀ ਕਿਸੇ ਤਰੀਕੇ ਸਾਨੂੰ ਸਾਡਾ ਪੈਸਾ ਮਿਲ ਜਾਵੇ। ਨਹੀਂ, ਆ ਦੇਖੋ ਨਾ ਹੁਣ ਪਿੱਛੇ ਜੇ ਚਿੱਟ ਫੰਡ ਨਾਂ ਦੇ ਉੱਤੇ ਕਾਫੀ ਵੱਡਾ ਫਰਾਡ ਕੀਤਾ ਗਿਆ, ਤਕਰੀਬਨ 35 ਕਰੋੜ ਰੁਪਇਆ ਦੱਸਿਆ ਜਾ ਰਿਹਾ। ਕੁਠਾਲੇ ਸੀ ਇੱਕ ਬਾਬਾ ਗੁਰਮੇਲ ਸਿੰਘ, ਗੁਰੂ ਘਰ ਦੇ ਵਿੱਚ ਹੀ ਗ੍ਰੰਥੀ ਸੀ। ਉਹ ਨਿਕਲਿਆ ਵੀ ਦੇਖੋ ਅੱਗੇ, ਮੈਂ ਵੀ ਉਹਨੂੰ ਚੰਗੀ ਤਰ੍ਹਾਂ ਜਾਣਦਾ, ਮੇਰੇ ਨਾਨਕੇ ਪਿੰਡ ਮੇਰੇ ਨਾਨੇ ਕੋਲ ਹੀ ਪਲਿਆ, ਚੰਗੀ ਤਰ੍ਹਾਂ ਜਾਣਦਾ ਉਹਨੂੰ ਮੈਂ। ਉਹ ਹੈ ਸੁਭਾਅ ਦਾ ਏਦਾਂ ਹੀ ਸੀ ਵੀ ਇੱਕ ਵਾਰੀ ਦੁਨੀਆ ਏਦਾਂ ਘੁਮਾ ਦੇਣੀ ਹੈ ਵੀ ਲੋਕ ਵੀ ਸੋਚਣਗੇ ਵੀ ਹੋ ਕੀ ਗਿਆ। ਉਹ ਕਰ ਵੀ ਏਦਾਂ ਹੀ ਗਿਆ। ਕਿੰਨੇ ਤਰੀਕੇ ਦੇ ਨਾਲ ਪੈਸਾ ਲੈ ਕੇ ਗਿਆ, ਲੋਕ ਕੁਝ ਵੀ ਨਹੀਂ ਕਰ ਸਕਦੇ, ਕਾਨੂੰਨੀ ਕਾਰਵਾਈ ਵੀ ਨਹੀਂ ਹੋ ਸਕਦੀ। ਉਹਨੇ ਪਹਿਲਾਂ ਲੋਕਾਂ ਤੋਂ ਫਾਰਮ ਭਰਵਾ ਲਿਆ ਜੀ, ਇਹ ਰਕਮਾਂ ਜਿਹੜੀ ਮੈਂ ਦੇ ਰਿਹਾ, ਲੱਖ, 2 ਲੱਖ, 5 ਲੱਖ, 10 ਲੱਖ, ਇਹ ਅਖੰਡ ਪਾਠ ਸਾਹਿਬ ਦੀ ਭੇਟਾ ਲਈ ਦੇ ਰਿਹਾ। ਹੁਣ ਤੁਸੀਂ ਦੇਖੋ ਨਾ, ਤੁਸੀਂ ਆ ਕੇ ਨਮਸਕਾਰ, ਮੈਂ ਵੀ ਕੀਤੀ ਹੈ ਨਮਸਕਾਰ, ਗੋਲਕ ਦੇ ਵਿੱਚ ਪੈਸੇ ਪਾਏ ਨੇ, ਹੁਣ ਆਪਾਂ ਪਾ ਦਿੱਤੇ ਤੇ ਸ਼ਾਮ ਨੂੰ ਬਾਅਦ ਚੋਂ ਆ ਕੇ ਜਦੋਂ ਸਮਾਪਤੀ ਹੋਵੇ ਜੀ ਇਹ ਤਾਂ ਪੈਸੇ ਪਾਏ ਸੀ, ਤਾਂ ਕੱਢਣੇ ਆਪਣੇ ਵਾਪਸ। ਉਹ ਤਾਂ ਆਪਾਂ ਪਤਾ ਹੀ ਹੈ ਨਾ ਆਪਾਂ ਨੂੰ ਵੀ ਅਸੀਂ ਆਪਣੀ ਸ਼ਰਧਾ ਦੇ ਨਾਲ ਇਹ ਕੰਮ ਕੀਤਾ, ਫਿਰ ਅਸੀਂ ਉਹ ਵਾਪਸ ਕਿਵੇਂ ਲੈ ਲਵਾਂਗੇ? ਤੇ ਉੱਥੇ ਤਾਂ ਉਹਨੇ ਕਾਗਜ਼ ਤੇ ਬਕਾਇਦਾ ਸਾਈਨ ਕਰਵਾਏ, ਜਿਹੜੇ ਕਿਸੇ ਢੰਗ ਨਾਲ ਵੀ ਨਹੀਂ ਮੁੜਨੇ, ਕਿਸੇ ਤਰੀਕੇ ਨਾਲ ਵੀ ਨਹੀਂ ਮੁੜਨੇ। ਹੁਣ ਛੋਟਾ ਮੋਟਾ ਫਰਾਡ ਨਹੀਂ, ਕਿੱਡਾ ਵੱਡਾ, ਪਰ ਲੋਕ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਹਮੇਸ਼ਾ ਫਸ ਜਾਂਦੇ। ਇੱਕ ਇਹ ਵੀ ਪੱਖ ਹੈ। ਦੂਜਾ ਪੱਖ ਕਹਿੰਦੇ ਪ੍ਰਮਾਤਮਾ ਦੇ ਦਰ ਉੱਤੇ ਜਿਹੜੀ ਬੋਲੀ ਚੱਲਦੀ ਏ ਉਹ ਹੈ ਨਿਮਰਤਾ ਦੀ ਤੇ ਮਿਠਾਸ ਭਰੀ। ਉਹ ਮਾਲਕ ਪਰਮਾਤਮਾ ਜਿਹੜਾ ਆਪ ਮਿੱਠ ਬੋਲੜਾ, ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਉਹ ਮਾਲਕ ਪਰਮਾਤਮਾ ਕੌੜਾ ਬੋਲ ਬੋਲਦਾ ਹੀ ਨਹੀਂ, ਸੁਣਨਾ ਤਾਂ ਦੂਰ ਦੀ ਗੱਲ ਰਹੀ। ਕੋਈ ਲੱਖ ਨਾਰਾਜ਼ ਹੋਈ ਜਾਵੇ ਵੀ ਮੈਂ ਨਹੀਂ ਗੁਰਦੁਆਰੇ ਆਉਂਦਾ, ਮੈਂ ਨਹੀਂ ਪਾਠ ਕਰਦਾ, ਨਾ ਕਰ। ਕਿਹੜਾ ਧੱਕਾ, ਕਿਹੜਾ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜੇ ਤੂੰ ਪਾਠ ਨਹੀਂ ਕਰੇਗਾ ਤੇਰਾ ਗਲਾ ਬੰਦ ਹੋ ਜਾਊਗਾ? ਇਹ ਤਾਂ ਨਹੀਂ ਕਿਹਾ ਨਾ ਕਿਤੇ ਵੀ ਜੇ ਤੂੰ ਅੱਜ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਨਾ ਸਵੇਰੇ 4 ਵਜੇ ਉੱਠ ਕੇ, ਤਾਂ 5 ਵਜੇ ਤੇਰੇ ਹਲਕ ਦੀ ਜ਼ਬਾਨ ਖੜ ਜਾਵੇਗੀ, ਤੇਥੋਂ ਬੋਲਿਆ ਨਹੀਂ ਜਾਣਾ। ਨਹੀਂ, ਕਿਤੇ ਵੀ ਨਹੀਂ ਕਿਹਾ। ਡਰਾ ਕੇ ਕਿਸੇ ਨੂੰ ਧਰਮ ਸਿਖਾਇਆ ਨਹੀਂ ਜਾ ਸਕਦਾ, ਡਰਾ ਕੇ ਕਿਸੇ ਨੂੰ ਪਾਠ ਨਹੀਂ ਕਰਾਇਆ ਜਾ। ਸਾਨੂੰ ਸੱਚ ਜਾਣਿਓ, ਸਾਨੂੰ ਬਹੁਤਿਆਂ ਨੂੰ ਨਾ ਡਰਾਇਆ ਗਿਆ ਵੱਡੇ ਵੱਡਿਆਂ ਚੋਲਾ ਧਾਰੀਆਂ ਬਾਬਿਆਂ ਵੱਲੋਂ ਕਿ ਨਾ ਜੀ ਤੁਸੀਂ ਪਾਠ ਨਾ ਕਰਿਓ, ਪਾਠ ਤਾਂ ਅਸੀਂ ਹੀ ਵਿਧੀ ਨਾਲ ਕਰਾਂਗੇ, ਤੁਹਾਡਾ ਭਲਾ ਫੇਰ ਹੋ। ਜੇ ਤੁਸੀਂ ਪਾਠ ਕੀਤਾ ਤੁਸੀਂ ਗਲਤ ਕਰ ਦੋਗੇ, ਜੇ ਤੁਸੀਂ ਪਾਠ ਹੀ ਗਲਤ ਕਰ ਲਿਆ ਗੁਰੂ ਕਿਵੇਂ ਖੁਸ਼ ਹੋ? ਕਮਾਲ ਦੀ ਗੱਲ ਹੈ। ਸਾਡਾ ਬੱਚਾ ਬੋਲਣ ਲੱਗੇ ਤੇ ਬੋਲਦਾ ਬੋਲਦਾ ਕਈ ਵਾਰ ਸ਼ਬਦ ਐਸੇ ਹੁੰਦੇ ਨੇ ਵੀ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ, ਪਰ ਇੱਕ ਖੁਸ਼ੀ ਹੁੰਦੀ ਹੈ ਵੀ ਸਾਡਾ ਬੱਚਾ ਬੋਲਦਾ ਹੈ, ਸਾਡਾ ਬੱਚਾ ਕੋਈ ਗੱਲ ਕਹਿ ਰਿਹਾ। ਤੇ ਹੁਣ ਜਦੋਂ ਅਸੀਂ ਗੁਰੂ ਪਿਤਾ ਮੰਨ ਕੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਆਪਣੇ ਅੰਦਰ ਪਿਆਰ ਰੱਖ ਕੇ ਗੁਰੂ ਕੋਲ ਆਵਾਂਗੇ ਨਾ, ਗੁਰੂ ਨਾਲ ਗੱਲਾਂ ਕਰਾਂਗੇ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਸਾਡਾ ਬੋਲਾ ਵੀ ਇਹੀ ਸੀਗਾ, ਦੋਹਰਾ ਪੜਿਆ ਜਾਂਦਾ ਜਿਹੜਾ, ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਉਥੇ ਗੁਰੂ ਪੰਥ ਜੀ ਮਾਨਿਓ। ਪੰਥ ਜਿਹੜੀ ਪ੍ਰਗਟ ਗੁਰਾਂ ਕੀ ਦੇ, ਜਿੱਥੇ ਜਾ ਕੇ ਗੱਲ ਆਵੇਗੀ ਸ਼ਬਦ ਦੀ, ਸ਼ਬਦ ਨੂੰ ਖੋਜਣਾ ਹੈ, ਉੱਥੇ ਜਾ ਕੇ ਗ੍ਰੰਥ ਦੀ ਗੱਲ ਆਵੇਗੀ। ਪਰ ਸਾਡੇ ਬੋਲੇ ਵੀ ਵਿਗਾੜ ਦਿੱਤੇ। ਕਿਉਂ? ਕਿਉਂਕਿ ਬਾਣੀ ਨਾ ਪੜ੍ਹਨਾ। ਜੇ ਬਾਣੀ ਪੜ੍ਹ ਲਈ ਤਾਂ ਇਹਨਾਂ ਲੋਕਾਂ ਨੂੰ ਗਿਆਨ ਆ ਜਾਵੇਗਾ, ਹਕੂਮਤਾਂ ਦੇ ਨਾਲ ਲੜਨ ਦਾ ਜਜ਼ਬਾ ਆ ਜਾਵੇਗਾ। ਵੇਖੋ, ਕਦੇ ਵਿਚਾਰ ਕੇ ਵੇਖਿਓ, ਹਰ ਸਾਲ ਅਸੀਂ ਵੇਖਦੇ ਹਾਂ ਵੀ ਜੂਨ 1984 ਦੇ ਵਿੱਚ ਜੋ ਘਟਨਾਵਾਂ ਘਟਦੀਆਂ ਨੇ, ਸਮੇਂ ਦੀ ਸਰਕਾਰ ਵੱਲੋਂ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਜਾਂਦਾ, ਕਾਰਨ ਬਣਾਇਆ ਜਾਂਦਾ ਜੀ ਉੱਥੇ ਹਥਿਆਰਬੰਦ ਲੋਕ ਬੈਠੇ ਸੀ। ਹਥਿਆਰਬੰਦ, ਹਥਿਆਰ ਤਾਂ ਅੱਜ ਵੀ ਨਿਹੰਗਾਂ ਸਿੰਘਾਂ ਕੋਲ ਨੇ,
ਅੱਜ ਵੀ ਰਫਲਾਂ ਨੇ, ਅੱਜ ਵੀ ਦਨਾਲੀਆਂ ਨੇ, ਅੱਜ ਵੀ ਸਟੇਨ ਗੰਨਾਂ ਮੈਂ ਖੁਦ ਵੇਖੀਆਂ ਨੇ ਨਿਹੰਗਾਂ ਸਿੰਘਾਂ ਕੋਲੇ, ਮੈਂ ਜਾ ਕੇ ਆਇਆ ਉਹਨਾਂ ਵਿੱਚ। ਤੇ ਉਹ ਹਥਿਆਰ ਤਾਂ ਪੁਲਿਸ ਵਾਲਿਆਂ ਕੋਲੇ ਨਹੀਂ ਜਿਹੜੇ ਉਹਨਾਂ ਕੋਲ ਨੇ। ਤੇ ਫਿਰ ਅੱਜ ਵੀ ਤਾਂ ਹਥਿਆਰ ਹੈ ਨਾ, ਫਿਰ ਕੀ ਲੋੜ ਪੈ ਗਈ ਵੀ ਅਟੈਕ ਹੀ ਕਰਨਾ ਪੈ ਗਿਆ? ਉਹ ਵੀ ਕੱਲੀਆਂ ਬੰਦੂਕਾਂ ਨਾਲ ਨਹੀਂ, ਟੈਂਕ ਵੀ ਚੜਾ ਦਿੱਤੇ, ਤੋਪਾਂ ਵੀ ਲਾ ਦਿੱਤੀਆਂ, ਹਵਾਈ ਫਾਇਰਿੰਗ ਵੀ ਕੀਤੀ ਜਹਾਜ਼ ਲਾ ਕੇ। ਕੀ ਲੋੜ ਪੈ ਗਈ? ਅਸੀਂ ਕੀ ਕਾਰਨ ਬਣਿਆ? ਅਸੀਂ ਕਾਰਨ ਤੱਕ ਕਦੇ ਗਏ ਨਹੀਂ। ਸਾਡੇ ਬੱਚਿਆਂ ਨੂੰ ਕਾਰਨ ਹੀ ਨਹੀਂ ਲੱਭ ਰਹੇ ਅੱਜ। ਕਿਉਂ? ਕਿਉਂਕਿ ਸਾਨੂੰ ਕਾਰਨ ਨਹੀਂ ਪਤਾ। ਅਸਲ 'ਚ ਕਾਰਨ ਸੀ ਇੱਕ ਲਹਿਰ ਐਸੀ ਉੱਠੀ ਜਿਹਨੇ ਘਰ ਘਰ ਵਿੱਚ ਬਾਣੀ ਪੜ੍ਹਨੀ ਲਾ ਦਿੱਤੀ। ਹਰੇਕ ਘਰ ਦੇ ਵਿੱਚ ਅੰਮ੍ਰਿਤ ਛਕਣਾ ਇੱਕ ਇਹ ਕਹਿ ਲਓ ਵੀ ਪ੍ਰਥਾ ਹੀ ਬਣ ਗਈ ਵੀ ਹਾਂ ਸਾਡਾ ਬੱਚਾ ਜੀ ਅੰਮ੍ਰਿਤਧਾਰੀ ਬਣੇਗਾ, ਸਾਡਾ ਬੱਚਾ ਜੀ ਨਿਤਨੇਮ ਦੇ ਗੁਟਕੇ ਲੈ ਕੇ ਪਾਠ ਕਰੇਗਾ। ਕੈਂਪਾਂ ਦੇ ਵਿੱਚ ਬੱਚੇ ਜਾਣ ਲੱਗ ਪਏ, ਵੱਡੇ ਪੱਧਰ ਤੇ ਸਿੱਖੀ ਦਾ ਬੋਲਬਾਲਾ ਪ੍ਰਚਾਰ ਹੋਣ ਲੱਗ ਪਿਆ। ਉਹ ਲੋਕਾਂ ਦੀ ਤਾਦਾਦ ਵਧਣ ਲੱਗ ਪਈ ਜਿਹੜੇ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਲੜਨਾ ਚਾਹੁੰਦੇ ਸੀ ਪਰ ਇਕੱਠੇ ਨਹੀਂ ਹੋ ਸਕਦੇ। ਉਹ ਇਕੱਠੇ ਹੋਏ, ਇਕੱਠੇ ਉਹਨਾਂ ਨੂੰ ਕੀਤਾ ਗਿਆ। ਕਿਹਦੇ ਨਾਲ? ਸ਼ਬਦ ਗੁਰੂ ਦੀ ਪ੍ਰੇਰਨਾ ਦੇ ਨਾਲ। ਜਦੋਂ ਉਹ ਲੋਕ ਇਕੱਠੇ ਹੋ ਗਏ, ਕੀ ਰੋਕਿਆ ਉਹਨਾਂ ਨੇ? ਸਮਾਜਿਕ ਬੁਰਾਈਆਂ ਉੱਤੇ ਕੰਟਰੋਲ ਕੀਤਾ। ਵੱਡੀਆਂ ਵੱਡੀਆਂ ਫਰਮਾਂ ਨੂੰ, ਵੱਡਿਆਂ ਵੱਡਿਆਂ ਧਨਾੜ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਜੇ ਇਹ ਕੰਮ ਬੰਦ ਹੋ ਗਏ ਤਾਂ ਸਾਡਾ ਸਮਾਨ ਕਿੱਥੋਂ ਵਿਕੇਗਾ। ਵੱਡੇ ਪੱਧਰ ਉੱਤੇ ਨਸ਼ੇ ਦੀ ਵਿਕਰੀ ਤੇ ਰੋਕ ਲਾ ਦਿੱਤੀ ਗਈ। ਅੱਜ ਸਾਡੀਆਂ ਇੱਥੋਂ ਪੰਜਾਬ ਦੀਆਂ ਸਰਕਾਰਾਂ ਬਿਆਨ ਇਹ ਦਿੰਦੀਆਂ, ਵਿੱਤ ਮੰਤਰੀ ਵਰਗੇ ਜਿਹੜੇ ਸਰਕਾਰ ਦੇ ਵਿੱਤ ਮੰਤਰੀ ਨੇ ਨਾ, ਖਜ਼ਾਨਾ ਮੰਤਰੀ, ਉਹ ਸਰਕਾਰ ਬਣਨ ਤੇ ਬਿਆਨ ਇਹ ਆਇਆ, ਕਹਿੰਦੇ ਜੀ ਸਾਡੀ ਪਹਿਲੇ ਸਾਲ ਦੀ ਜਿਹੜਾ ਮੁਨਾਫਾ ਹੈ ਨਾ ਸਰਕਾਰ ਨੂੰ, ਉਹ ਸ਼ਰਾਬ ਦੇ ਵਿੱਚੋਂ ਪਹਿਲਾਂ ਨਾਲੋਂ 10 ਗੁਣਾ ਵੱਧ ਹੋਇਆ। ਕੌਣ ਪੀ ਰਿਹਾ? ਮੰਤਰੀ ਪੀ ਰਹੇ ਨੇ? ਨਾ। ਕੌਣ ਪੀ ਰਿਹਾ? ਧਨਾੜ ਬੰਦਾ ਪੀ ਰਿਹਾ? ਨਹੀਂ, ਅਸੀਂ ਆਮ ਲੋਕ ਪੀ ਰਹੇ ਹਾਂ। ਅਸੀਂ ਉਹਨਾਂ ਦੇ ਖਜ਼ਾਨੇ ਭਰ ਰਹੇ ਹਾਂ। ਸਾਡੇ ਪੱਲੇ ਕੀ? ਬੰਦਾ 300 ਦਿਹਾੜੀ ਕਰਕੇ ਆਉਂਦਾ, 150 ਦੀ ਬੋਤਲ ਪੀ ਜਾਂਦਾ, ਫਿਰ 150 ਦਾ ਕੁਛ ਹੋਰ ਖਾ ਜਾਂਦਾ, ਨਾਲ 100 ਰੁਪਇਆ ਪੱਲੇ। ਉਧਰ ਉਹ ਲੋਕਾਂ ਨੂੰ 200 ਬਣ ਗਿਆ, ਇੱਧਰ 100 ਹੀ ਰਹਿ ਗਿਆ ਕਮਾਇਆ ਹੋਇਆ। 10 ਘੰਟੇ ਮਿਹਨਤ ਕੀਤੀ ਵੀ ਪੱਲੇ ਨਹੀਂ ਪਿਆ। ਉਥੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਵੀ ਜਿਹੜਾ ਧੀਆਂ ਭੈਣਾਂ ਦੇ ਨਾਲ, ਇਸਤਰੀ ਔਰਤ ਦੇ ਨਾਲ ਬਦਸਲੂਕੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿਓ। ਜਿਹੜੇ ਕੰਮ ਪੁਲਿਸ ਨਹੀਂ ਕਰ ਸਕੀ ਸਮੇਂ, ਜਿਹੜੇ ਕੰਮ ਸਰਕਾਰਾਂ ਤੋਂ ਨਹੀਂ ਹੋਏ, ਉਹ ਇੱਕ ਜਥੇ ਨੇ ਕਰ ਦਿੱਤੇ। ਹੱਥਾਂ ਪੈਰਾਂ ਤਾਂ ਪੈਣੀ ਸੀ ਨਾ ਵੀ ਸਾਡੀ ਬਦਨਾਮੀ ਹੋ ਰਹੀ ਆ। ਹੁਣ ਜਿਹਦੀ ਬਦਨਾਮੀ ਹੋਵੇ ਉਹ ਕਿੰਨਾ ਚਿਰ ਚੁੱਪ ਰਹੇਗਾ? ਬੇਸ਼ੱਕ ਉਹ ਗਲਤੀ ਹੈ, ਉਹ ਹਮਲਾ ਕਰੇਗਾ, ਵਾਰ ਕਰੇਗਾ ਵੀ ਮੈਂ ਨੀਵਾਂ ਨਹੀਂ ਦਿਖ ਸਕਦਾ। ਅੱਜ ਵੀ ਦੇਖੋ ਨਾ ਰੌਲਾ ਅਡਾਨੀ ਤੇ ਅੰਬਾਨੀ ਨਾਲ ਕੀ ਰੌਲਾ। ਉਹ ਕਹਿੰਦੇ ਵੀ ਅਸੀਂ 1 ਨੰਬਰ ਤੇ ਰਹਿਣਾ ਪੂਰੀ ਦੁਨੀਆ ਦੇ ਵਿੱਚ, ਧਨਾੜ, ਬਾਕੀ ਦੁਨੀਆ ਮਰਦੀ ਮਰੇ ਕੋਈ ਮਤਲਬ ਨਹੀਂ। ਅੱਜ ਵੀ ਰੌਲਾ ਇਹੀ ਹੈ, ਪਹਿਲਾਂ ਵੀ ਇਹੀ ਸੀ। ਧਨਾੜ ਲੋਕ ਕਹਿੰਦੇ ਵੀ ਅਸੀਂ ਉੱਪਰ ਰਹੀਏ, ਸਾਨੂੰ ਉੱਪਰ ਤੱਕ ਰਹਿਣ ਦਾ ਮਤਲਬ ਹੈ ਨੀਵਾਂ ਆ ਹੀ ਨਹੀਂ ਸਕਦੇ। ਤੇ ਬਾਣੀ ਕੀ ਕਹਿੰਦੀ ਹੈ? ਕਹਿੰਦੇ ਨਿਵੇ ਸੋ ਗੌਰਾ ਹੋਏ। ਜੇ ਨਿਵ ਗਿਆ ਤੇ ਸਭ ਤੋਂ ਵੱਡਾ ਉਹ ਹੈ। ਜੇ ਪਿਆਰ ਨਾਲ ਹੀ ਮੰਨ ਜਾਂਦੇ ਵੀ ਭਾਈ ਨਾ ਤੁਹਾਨੂੰ ਕਿਸਾਨ ਹੋ, ਤੁਸੀਂ ਕਿਰਤੀ ਲੋਕ ਹੋ, ਕਿਰਤੀ ਲੋਕਾਂ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਵੀ ਆ ਲਓ ਅਸੀਂ ਹੱਥ ਜੋੜੇ ਤੁਹਾਡੇ ਸਾਹਮਣੇ, ਅਸੀਂ ਮਾਫੀ ਮੰਗਦੇ ਹਾਂ, ਸਾਤੋਂ ਗਲਤੀ ਹੋ ਗਈ, ਅਸੀਂ ਬਹਿ ਗਏ। ਤੇ ਉਹਨਾਂ ਲੋਕਾਂ ਨੇ ਕਿੱਡੀ ਰਿਸਪੈਕਟ ਦੇਣੀ ਸੀ ਵੀ ਹਾਂ ਸਾਡੀ ਇਹਨਾਂ ਨੇ ਗੱਲ ਮੰਨੀ ਹੈ, ਗਲਤੀ ਸੀ ਇਹਨਾਂ ਦੀ, ਲੋਕਾਂ ਨੇ ਝੱਟ ਮਾਫ ਕਰ ਦੇਣਾ ਸੀ। ਹੁਣ ਧੌਣ ਚ ਕਿੱਲੇ ਅੜਕੇ ਹੋਏ ਨੇ। ਅਸਲ ਦੇ ਵਿੱਚ ਨਾ ਜਿਹੜਾ ਬੰਦਾ ਜ਼ਮੀਰ ਤੌਰ ਤੇ ਜਿਉਂਦਾ ਉਹ ਝੁਕ ਵੀ ਜਾਂਦਾ, ਪਰ ਜਿਹੜਾ ਜ਼ਮੀਰ ਕਰਕੇ ਮਰਿਆ ਨਾ ਉਹ ਵਾਕਈ ਮੁਰਦੇ ਵਾਂਗ ਹੁੰਦਾ, ਜਿਹੜਾ ਆਕੜਿਆ ਹੁੰਦਾ, ਜਿਹੜਾ ਝੁਕਾਇਆ ਨਹੀਂ ਜਾ ਸਕਦਾ, ਉਹ ਮੁਰਦੇ ਵਾਂਗ ਹੀ ਹੁੰਦਾ। ਤੇ ਅੱਜ ਵੀ ਹਾਲਾਤ ਕੀ ਬਣੇ, ਕਿਉਂ ਬਣੇ, ਇਸ ਵੱਲ ਨੂੰ ਖੋਜਣ ਦੀ ਲੋੜ ਹੈ। ਪਾਤਸ਼ਾਹ ਜੀ ਕਹਿੰਦੇ 5 ਜਨਾਂ ਸਿਓ ਸੰਗ ਨਾ ਛੁਟਕਿਓ। ਸੰਗ ਸੀ ਜਿਹੜਾ 5 ਦੇ ਨਾਲੋਂ ਸਾਡਾ ਛੁੱਟਿਆ ਨਹੀਂ, ਵੱਧ ਗਿਆ। ਮੋਹ ਦੇ ਵਿੱਚ ਪੈ ਗਏ, ਲਾਲਚ ਦੇ ਵਿੱਚ ਪੈ ਗਏ,
ਹੰਕਾਰ, ਮਮਤਾ ਸਾਡੇ ਵਿੱਚ, ਹਰੇਕ ਚੀਜ਼ ਸਾਡੇ ਵਿੱਚ ਵਾਧਾ ਕਰਦੀ ਜਾ ਰਹੀ ਹੈ। ਅਸੀਂ ਨਿਭਣ ਨੂੰ ਤਿਆਰ ਨਹੀਂ। ਬਹੁਤ ਮੁਸ਼ਕਲ ਹੈ। ਕਦੇ ਨਾ ਬਹਿ ਕੇ ਇਸ ਗੱਲ ਦੀ ਵਿਚਾਰ ਕਰਨੀ ਬਣਦੀ ਹੈ। ਆਪਣੇ ਹਰੇਕ ਬੰਦਾ ਆਪਣੇ ਨਾਲ ਵਿਚਾਰ ਕਰੇ ਵੀ ਕਿੱਥੇ ਗਲਤ ਹੈ, ਕਿੱਥੇ ਸਹੀ। ਜਦੋਂ ਵਿਚਾਰ ਹੋਵੇਗੀ ਨਾ, ਉਦੋਂ ਪਤਾ ਲੱਗੇਗਾ ਵੀ ਹਾਂ ਅਸੀਂ ਕਿੱਥੇ ਗਲਤ ਹਾਂ ਤੇ ਕਿੱਥੇ ਸਹੀ ਹਾਂ। ਜੇਕਰ ਤੁਸੀਂ ਗਲਤੀ ਪਕੜ ਕੇ ਉਸ ਗਲਤੀ ਨੂੰ ਮੰਨ ਲਿਆ ਤਾਂ ਤੁਹਾਡੇ ਵਰਗਾ ਯੋਧਾ ਕੋਈ ਨਹੀਂ, ਸੂਰਮਾ ਕੋਈ ਨਹੀਂ। ਪਾਤਸ਼ਾਹ ਜੀ ਨੇ ਵੀ ਇਹੀ ਕਿਹਾ, ਕਹਿੰਦੇ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਜਿਹਨੇ ਹੰਕਾਰ ਵਰਗਾ ਦੁਸ਼ਟ ਆਪਣੇ ਵਿੱਚੋਂ ਮਾਰ ਲਿਆ ਨਾ, ਕਹਿੰਦੇ ਸਭ ਤੋਂ ਵੱਡਾ ਯੋਧਾ ਸੂਰਮਾ ਹੈ। ਫਿਰ ਕੀ ਕਰਦਾ ਗੁਰੂ? ਕਹਿੰਦੇ ਗੁਰ ਥਾਪੀ ਦਿੱਤੀ ਕੰਡ ਜੀਓ। ਕਹਿੰਦੇ ਉਸ ਪਹਿਲਵਾਨ ਨੂੰ ਗੁਰੂ ਪਾਤਸ਼ਾਹ ਜੀ ਆਪ ਥਾਪੀ ਦਿੰਦੇ। ਮਾਲਕ ਪਰਮਾਤਮਾ ਵੱਲੋਂ ਉਹਨੂੰ ਸ਼ਾਬਾਸ਼ ਮਿਲੇਗੀ ਵੀ ਸ਼ਾਬਾਸ਼ ਪੁੱਤਰਾ, ਤੂੰ ਆਪਣੇ ਵਿੱਚੋਂ ਹੰਕਾਰ ਨੂੰ ਮਾਰਿਆ। ਪਰ ਮਾਰੇ ਕੌਣ? ਬੜਾ ਬਹੁਤ ਵੱਡਾ ਹੰਕਾਰ ਹੈ। ਇੱਕ ਤਾਂ ਦਿਸ ਜਾਂਦਾ ਸਾਹਮਣੇ ਵੀ ਇਹ ਬੰਦਾ ਹੰਕਾਰੀ ਹੈ। ਕਾਹਦਾ? ਮਾਇਆ ਦਾ ਹੰਕਾਰ ਚੜਿਆ ਇਹਨੂੰ, ਧਨ ਦੌਲਤ ਦਾ, ਜ਼ਮੀਨ ਜਾਇਦਾਦ ਦਾ। ਇੱਕ ਆਪਣੇ ਅੰਦਰ ਬੰਦੇ ਦੇ ਸੂਖਸ਼ਮ ਹੰਕਾਰ ਹੁੰਦਾ ਜਿਹੜਾ ਦਿਸਦਾ ਹੀ ਕਿਸੇ ਨੂੰ ਨਹੀਂ। ਉਹ ਆਪਣੇ ਆਪ ਦੇ ਵਿੱਚ ਹੀ ਫੁੱਲਿਆ ਆਫਰਿਆ ਰਹਿੰਦਾ ਵੀ ਨਾ ਮੇਰੇ ਵਰਗਾ ਕੋਈ ਨਹੀਂ, ਮੈਥੋਂ ਤਾਂ ਪੁੱਛ ਗੱਲ ਹੋਊਗੀ ਫੇਰ ਗੱਲ ਅੱਗੇ ਹੋਊ, ਨਹੀਂ ਹੁੰਦੀ। ਉਹ ਬੰਦੇ ਵਿੱਚ ਆਪਣੇ ਚ ਹੰਕਾਰ ਹੁੰਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਹ ਹੰਕਾਰ ਹੈ ਨਾ ਤੇਰੇ ਅੰਦਰ, ਉਹਨੂੰ ਮਾਰ ਕੇ ਦੇਖ, ਖਤਮ ਕਰਕੇ ਦੇਖ, ਤੇਰੇ ਜੀਵਨ ਦੀ ਸ਼ੈਲੀ ਬਦਲ ਜਾਵੇਗੀ। ਤੇਰੇ ਜੀਵਨ ਦੇ ਵਿੱਚ ਪਿਆਰ, ਆਨੰਦ, ਸੁੱਖ, ਮੰਗਲ, ਅਨਹਦ ਜਿਹੜਾ ਸ਼ਬਦ ਹੈ ਨਾ ਉਹ ਤੇਰੇ ਅੰਦਰ ਆਪੇ ਵੱਜਣਾ ਸ਼ੁਰੂ ਹੋ। ਤੈਨੂੰ ਪਤਾ ਲੱਗੇਗਾ ਵੀ ਹਾਂ ਵੀ ਚਿੱਤ ਖਿੜਿਆ ਰਹਿੰਦਾ ਹੈ, ਖਿੜਿਆ। ਇਹ ਨਹੀਂ ਵੀ ਜਦੋਂ ਬਸੰਤ ਆਵੇਗੀ ਉਹਦੀ ਬਹਾਰ ਆਵੇਗੀ, ਨਹੀਂ, ਇੱਥੇ ਤਾਂ ਸਦਾ ਹੀ ਬਸੰਤ ਹੈ। ਜਿਨ੍ਹਾਂ ਦਾ ਹਿਰਦਾ ਸੱਚੇ ਨਾਮ ਨਾਲ ਜੁੜ ਗਿਆ, ਜਿਨ੍ਹਾਂ ਦੇ ਅੰਦਰ ਉਸ ਮਾਲਕ ਦਾ ਪਿਆਰ ਵਸ ਗਿਆ, ਜਿਹਦੇ ਅੰਦਰੋਂ 5 ਦੁਸ਼ਟ ਸੀ ਜਿਹੜੇ ਉਹ ਨਾਸ਼ ਹੋ ਗਏ, ਉਹਨਾਂ ਦੀ ਜਿਹੜੀ ਦੁਸ਼ਟ ਭਾਵਨਾ ਸੀ ਉਹ ਖਤਮ ਕਰ ਦਿੱਤੀ, ਉਹਨਾਂ ਨੂੰ ਪਿਆਰ ਦੇ ਵਿੱਚ ਲੈ ਲਿਆ। ਹੰਕਾਰ ਕੋਈ ਮਾੜਾ ਨਹੀਂ, ਇਹ ਵੀ ਚਿੱਤਰ, ਪਰ ਹੰਕਾਰ ਦਾ ਸਿਖਰ ਬਣ ਜਾਣਾ ਇਹ ਮਾੜਾ। ਹਾਂ ਮੈਨੂੰ ਮਾਣ ਹੈ ਜਾਂ ਇਹ ਹੰਕਾਰ ਹੈ ਮੇਰਾ, ਇਹ ਕਹਿ ਲਵੋ ਵੀ ਮੈਂ ਸਿਰਫ ਤੇ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦਾ, ਮੇਰਾ ਹੋਰ ਕੋਈ ਗੁਰੂ ਨਹੀਂ, ਕੋਈ ਦੇਹਧਾਰੀ, ਕੋਈ ਦੂਜਾ ਤੀਜਾ ਗ੍ਰੰਥ, ਕੋਈ ਗੁਰੂ ਨਹੀਂ। ਸਿਰਫ ਤੇ ਸਿਰਫ ਮੇਰਾ ਗੁਰੂ ਗ੍ਰੰਥ ਸਾਹਿਬ। ਮੇਰੇ ਅੰਦਰ ਹੰਕਾਰ ਹੈ, ਏਦਾਂ ਕਹਿ ਲਓ ਵੀ ਇਹ ਮੇਰਾ ਮਾਣ ਹੈ, ਅਭਿਮਾਨ ਹੈ, ਹੰਕਾਰ ਹੈ। ਇਹਨੂੰ ਹੰਕਾਰ ਹੀ ਕਹਿ ਲਓ ਮੇਰਾ, ਵੀ ਮੇਰਾ ਹੰਕਾਰ ਹੈ ਮੇਰੇ ਅੰਦਰ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਹੋਰ ਮੇਰਾ ਗੁਰੂ ਨਹੀਂ। ਇਹ ਹੰਕਾਰ ਸ਼ੁੱਧ ਹੈ। ਕਿਉਂ? ਭਾਵਨਾ ਬਦਲ ਗਈ। ਇੱਥੇ ਹੰਕਾਰ ਲੋਕਾਂ ਨੂੰ ਦਿਖਾਉਣ ਲਈ ਨਹੀਂ ਵੀ ਨਹੀਂ ਮੈਂ ਹੀ ਕੁਝ ਜ਼ਿਆਦੇ ਹਾਂ, ਨਾ, ਇੱਥੇ ਤਾਂ ਇਹ ਆਪਣੇ ਅੰਦਰ ਮਾਣ ਵੀ ਹਾਂ ਜਾਂ ਤੂੰ ਤਾਂ ਮੈਂ ਮਾਣ ਕੀਆ, ਜੇ ਤੂੰ ਸੀ ਮੇਰੇ ਮਾਲਕ ਜੀ ਤਾਂ ਮੈਂ ਇਹ ਮਾਣ ਕੀਤਾ ਵੀ ਤੂੰ ਹੈ ਤਾਂ ਮੈਂ ਹਾਂ। ਫੇਰ ਹੀ ਹੋਵੇਗਾ ਨਾ ਤੂੰ ਕਰਤਾ ਤੂੰ ਹੁਆ ਜਬ ਮੁਝ में रहा ना हूं, जब आपा पर का मिट गया जत देखो तत तू। फिर दुश्मन च भी मित्र दसेगा। फिर ये नहीं भी कला मित्र ही मित्र ना, फिर दुश्मन भी मित्र जापेगा। फिर ਉਹਦਾ बुरा नहीं, फिर ਤਾਂ ਸਾਰਾ ਕੁਝ ਭਲਾ ਹੀ ਆ, ਚੰਗਾ ਹੀ ਆ। ਕਹਿੰਦੇ ਅਦਕ ਅਹਮ ਬੁੱਧ ਬਾਧੇ, ਕਹਿੰਦੇ ਬਹੁਤੇ ਹੰਕਾਰੀ ਮਤ ਦੇ ਨਾਲ ਅਸੀਂ ਬੱਧੇ ਹੋਏ ਹਾਂ, ਉਸ ਨੂੰ ਤਿਆਗਣਾ ਹੈ। ਕਿਵੇਂ? ਕਹਿੰਦੇ ਹਾਰ ਪਰਿਓ ਸੁਆਮੀ ਕੈ ਦੁਆਰੇ। ਕਹਿੰਦੇ ਹੇ ਮੇਰੇ ਮਾਲਕ ਜੀ ਮੈਂ ਹਾਰ ਚੁੱਕਿਆ, ਮੰਨਣਾ ਪਵੇਗਾ, ਕਬੂਲਣਾ ਪਵੇਗਾ ਵੀ ਮੈਂ ਹਾਰ ਗਿਆ। ਹੁਣ ਜਦੋਂ ਹਾਰ ਕਬੂਲਣੀ ਪੈਂਦੀ ਹੈ ਨਾ, ਉਦੋਂ ਬਹੁਤ ਵੱਡੀ ਮੁਸ਼ਕਲ ਹੈ। ਕੋਈ ਵੀ ਨਹੀਂ ਚਾਹੁੰਦਾ, ਕਿਸੇ ਵੀ ਕੰਮ ਵਿੱਚ ਹਾਰਨਾ ਨਹੀਂ ਚਾਹੁੰਦਾ। ਇੱਕ ਕਲਾ ਏ ਵੀ ਜੇਕਰ ਅਸੀਂ ਹਾਰ ਵੀ ਰਹੇ ਹਾਂ ਨਾ, ਤਾਂ ਅਸੀਂ ਉਸ ਵਿੱਚੋਂ ਵੀ ਸਿੱਖਣਾ ਹੁੰਦਾ ਏ ਵੀ ਅਸੀਂ ਕਿਉਂ ਹਾਰ ਰਹੇ ਹਾਂ। ਅਗਲੀ ਵਾਰ ਅਸੀਂ ਖੇਡਾਂਗੇ ਤਾਂ ਜਿੱਤਾਂਗੇ। ਇੱਕ ਵਾਰ ਦੀ ਗੱਲ ਹੈ, ਕਾਫੀ ਵੱਡੀ ਖਬਰ ਸੀਗੀ ਇਹ ਬਣੀ ਮੀਡੀਆ ਦੇ ਵਿੱਚ। 2 ਵੱਡੇ ਚੈਂਪੀਅਨ ਸੀ ਜਿਹੜੇ ਰੈਸਲਿੰਗ ਕਰਦੇ ਨੇ, ਘੁਲਦੇ ਨੇ। ਇੱਕ ਅਮਰੀਕਾ ਦਾ ਸੀ, ਦੂਜਾ ਇੱਥੋਂ ਆਪਣੇ ਆਪ ਨੂੰ ਪੰਜਾਬੀ ਪੁੱਤ ਕਹਾਉਂਦਾ ਏ।
ਜਿਹਨੂੰ ਗ੍ਰੇਟ ਖਲੀ ਕਿਹਾ ਜਾਂਦਾ ਹੈ। ਤੇ ਗ੍ਰੇਟ ਖਲੀ ਨੇ ਉਸ ਨੂੰ ਹਰਾ ਦਿੱਤਾ, ਉਹ ਹਾਰ ਗਿਆ। ਉਹ ਜਿੱਤ ਕੇ, ਇੱਕ ਤੋਂ ਜਿੱਤ ਕੇ ਆ ਕੇ ਇੱਥੇ ਇੱਕ ਡੇਰੇਦਾਰ ਦੇ ਪੈਰਾਂ ਦੇ ਵਿੱਚ ਆ ਕੇ ਬੈਠ ਗਿਆ, ਜੀ ਮੈਂ ਤਾਂ ਤੁਹਾਡੇ ਕਰਕੇ ਜਿੱਤਿਆ, ਮੈਂ ਤਾਂ ਤੁਹਾਡੀ ਕਿਰਪਾ ਨਾਲ ਜਿੱਤਿਆ, ਨਹੀਂ ਮੇਰੇ ਵਿੱਚ ਕੀ ਹੈ। ਕਹਿੰਦਾ ਅਗਲੇ 6 ਮਹੀਨਿਆਂ ਬਾਅਦ ਫੇਰ ਦੁਬਾਰੇ ਮੈਚ ਸੀ ਉਹਨਾਂ ਦਾ, ਦੋਨਾਂ ਦਾ। ਹੁਣ ਜਿਹੜਾ ਹਾਰਿਆ ਹੋਇਆ ਸੀ ਉਹਨੇ ਕੀ ਕੀਤਾ, ਉਹਨੇ ਦੁੱਗਣੀ ਮਿਹਨਤ ਕੀਤੀ ਵੀ ਮੈਂ ਅਗਲੀ ਵਾਰ ਜਿੱਤਣਾ, ਹਾਰਨਾ ਨਹੀਂ। ਹੁਣ ਜਿਹੜਾ ਜਿੱਤਿਆ ਹੋਇਆ ਸੀ ਉਹ ਕਹਿੰਦਾ ਮੈਨੂੰ ਕਿਹੜਾ ਹਰਾ ਦੂ। ਇੱਕ ਤਾਂ ਇਹ ਹੰਕਾਰ ਹੋ ਗਿਆ ਵੀ ਮੈਂ ਤਾਂ ਹਾਰਦਾ ਹੀ ਕਿਸੇ ਤੋਂ ਨਹੀਂ, ਮੈਨੂੰ ਕੋਈ ਹਰਾ ਨਹੀਂ ਸਕਦਾ। ਹੋਇਆ ਕਿ ਜਦੋਂ ਦੂਜੀ ਵਾਰ ਮੈਚ ਹੋਇਆ ਨਾ, ਫਿਰ ਉਹ ਹਾਰ ਗਿਆ। ਫਿਰ ਉਹ ਪਛਤਾਵੇ, ਰੋਵੇ, ਧਾਹਾਂ ਮਾਰੇ ਵੀ ਮੈਂ ਹਾਰ ਗਿਆ। ਫਿਰ ਉਹ ਦੂਜੇ ਨੇ ਨਾ, ਅਮਰੀਕਾ ਦੇ ਨੇ, ਅੰਡਰਟੇਕਰ ਨੇ ਬਿਆਨ ਦਿੱਤਾ। ਉਹ ਕਹਿੰਦਾ ਵੀ ਹਾਰ ਕੇ ਬੈਠ ਨਹੀਂ ਜਾਣਾ ਜਾਂ ਜਿੱਤ ਕੇ ਬੈਠ ਨਹੀਂ ਜਾਣਾ, ਵੀ ਮੈਂ ਜਿੱਤ ਹੀ ਨਹੀਂ ਸਕਦਾ। ਜਿਹੜਾ ਜਿੱਤਿਆ ਹੋਇਆ ਵੀ ਮੈਂ ਹਮੇਸ਼ਾ ਹੀ ਜੇਤੂ ਰਹੂੰਗਾ, ਮੈਂ ਹਾਰ ਨਹੀਂ ਸਕਦਾ ਨਾ, ਏਦਾਂ ਨਹੀਂ। ਉਹ ਕਹਿੰਦੇ ਜਿਹੜੀ ਮਿਹਨਤ ਹੈ ਨਾ, ਮਸ਼ੱਕਤ ਹੈ, ਉਹ ਘਾਲਦੇ ਰਹਿਣਾ ਸਾਡਾ ਫਰਜ਼ ਹੈ ਜੀਵਨ ਦਾ। ਕਿਉਂਕਿ ਚਲਦੀ ਦਾ ਨਾਂ ਗੱਡੀ ਹੈ, ਖੜੀ ਹੋਈ ਤਾਂ ਕੋਈ ਨਹੀਂ ਨਾ। ਉਹ ਤਾਂ ਕਵਾੜ ਦੇ ਵਿੱਚ ਖੜੀ ਰਹਿੰਦੀ ਹੈ, ਗਲ ਜਾਂਦੀ ਹੈ, ਜੰਗਾਲ ਪੈ ਜਾਂਦੀ ਹੈ। ਤੇ ਜੇਕਰ ਸਹੀ ਹੈ ਤਾਂ ਹਰੇਕ ਕੋਈ ਚਾਹੁੰਦਾ ਵੀ ਮੈਨੂੰ ਮਿਲ ਜਾਵੇ, ਮੈਨੂੰ ਮਿਲ ਜਾਵੇ। ਇਸ ਕਰਕੇ ਜੀਵਨ ਦੇ ਵਿੱਚ ਉਤਰਾਅ ਚੜਾਅ ਆਉਣੇ ਕੋਈ ਵੱਡੀ ਗੱਲ ਨਹੀਂ। ਭਰੋਸਾ, ਹਿੰਮਤ, ਇਹ ਸਾਡੇ ਅੰਦਰ ਲਗਨ ਹੋਣੀ ਚਾਹੀਦੀ ਹੈ ਵੀ ਹਾਂ ਅਸੀਂ ਇਹਨੂੰ ਕਰ ਲਵਾਂਗੇ, ਪਾ ਲਵਾਂਗੇ, ਉਸ ਤੋਂ ਦੁੱਗਣੇ ਜੋਸ਼ ਨਾਲ ਪਾਵਾਂਗੇ ਤੇ ਫੇਰ ਹੀ ਮਿਲੇਗਾ, ਨਹੀਂ। ਅੱਗੇ ਕਹਿੰਦੇ ਹੋਇਆ ਕੀ ਜੀਵਨ ਦੇ ਵਿੱਚ, ਕਹਿੰਦੇ ਮੋਨ ਭਇਓ। ਕਹਿੰਦੇ ਮੋਨੀ ਵੀ ਰਹਿ ਕੇ ਵੇਖ ਲਿਆ, ਮੂੰਹ ਤੋਂ ਬੋਲਣਾ ਨਹੀਂ, ਇਹਨੂੰ ਕਹਿੰਦੇ ਨੇ ਮੋਨ ਧਾਰਨਾ, ਵੀ ਮੂੰਹ ਤੋਂ ਕੁਛ ਨਹੀਂ ਬੋਲਣਾ, 40 ਦਿਨ ਨਹੀਂ ਬੋਲਣਾ, 20 ਦਿਨ ਨਹੀਂ ਬੋਲਣਾ, 10 ਦਿਨ ਨਹੀਂ ਬੋਲਣਾ। ਕਹਿੰਦੇ ਮੋਨੀ ਬਣ ਕੇ ਕੀ ਹੋ ਗਿਆ, ਚੁੱਪੇ ਚੁੱਪ ਨਾ ਹੋ ਗਈ, ਜੇ ਲਾਏ ਰਹਾਂ ਲਿਵਤਾਰ, ਲਗਾਤਾਰ ਸਮਾਧੀ ਲਾਈ ਬੈਠਾ, ਬਿਲਕੁਲ ਜੋ ਮਰਜ਼ੀ ਹੋਈ ਜਾਵੇ, ਕੋਈ ਪਰਵਾਹ ਨਹੀਂ, ਅੱਖਾਂ ਮੀਚ ਕੇ ਬਹਿ ਜਾ, ਮੈਂ ਨਹੀਂ ਸੁਣਦਾ ਕਿਸੇ ਦੀ, ਮੈਂ ਨਹੀਂ ਬੋਲਦਾ। ਕਹਿੰਦੇ ਚੁੱਪ ਕਰਕੇ ਬੈਠ ਜਾਣਾ ਮੂੰਹ ਤੋਂ, ਮੋਨ ਭਇਓ ਰਿਹਾ। ਪਰ ਹੋਇਆ ਕੀ, ਕਹਿੰਦੇ ਅੰਦਰਲੀਆਂ ਆਵਾਜ਼ਾਂ ਆਪ ਨੂੰ ਸੁਣਨ ਲੱਗ ਪਈਆਂ। ਬਾਹਰੋਂ ਤਾਂ ਚੁੱਪ ਕਰ ਗਿਆ, ਲੋਕਾਂ ਦੇ ਦਿਖਾਵੇ ਵਿੱਚ ਤਾਂ ਚੁੱਪ ਹੈ ਜੀ, ਬੜਾ ਵੱਡਾ ਭਗਤ ਹੈ ਤਾਂ ਬੋਲਦਾ ਹੀ ਨਹੀਂ, ਇਹ ਤਾਂ ਇੰਨਾ ਸ਼ਾਂਤ ਬੈਠਾ, ਪਰ ਅੰਦਰੋਂ ਉਹਦੇ ਜਵਾਲਾਮੁਖੀ ਫੁੱਟ ਰਹੇ ਨੇ ਵੀ ਜੇ ਮੈਂ ਮੂੰਹ ਤੋਂ ਚੁੱਪ ਕੀ ਕਰ ਗਿਆ, ਇਹ ਮੇਰੀ ਸੁਣਦੀ ਹੀ ਨਹੀਂ। ਆ ਮੇਰੇ ਕੋਲੇ ਜਿਹੜੇ 24 ਘੰਟੇ ਰਹਿੰਦੇ ਨੇ, ਇਹ ਨਹੀਂ ਮੈਨੂੰ ਸਮਝ ਸਕਦੇ ਮੈਂ ਮੰਗਦਾ ਕੀ ਆ, ਕੀ ਖਾਣਾ, ਕੀ ਪਹਿਨਣਾ। ਫਿਰ ਬਾਂਦਰ ਹਰਕਤਾਂ, ਏਦਾਂ ਦੱਸੂ ਵੀ ਮੈਂ ਖਾਣਾ ਕੁਛ, ਪਾਣੀ ਨੂੰ ਕਹੂਗਾ ਪੀਣਾ, ਹੱਥਾਂ ਵੀ ਚੰਗਾ ਭਲਾ ਮੂੰਹ ਦਿੱਤਾ, ਇਹਨੂੰ ਖੋਲ ਲਾ ਨਾ, ਕੀ ਲੋਕ ਦਿਖਾਵੇ ਲਈ ਵੀ ਮੈਂ ਕੁਛ ਅਲੱਗ ਕਰ ਰਿਹਾ ਲੋਕਾਂ ਦੇ ਲਈ, ਨਹੀਂ, ਉਹ ਲੋਕਾਂ ਦੇ ਲਈ ਨਹੀਂ, ਉਹ ਤਾਂ ਧਨ ਦੌਲਤ ਇਕੱਠੀ ਕਰਨ ਦੇ ਲਈ ਹੋ ਰਿਹਾ, ਹੋਰ ਕੁਝ ਨਹੀਂ। ਕਹਿੰਦੇ ਮੋਨ ਭਇਓ ਕਰਪਾਤੀ ਰਹਿਓ। ਕਰਪਾਤੀ ਦਾ ਅਰਥ ਹੈ, ਕਹਿੰਦੇ ਹੱਥਾਂ ਨੂੰ ਭਾਂਡਾ ਬਣਾ ਕੇ ਰੱਖਣਾ, ਕਰਪਾਤੀ ਹਮੇਸ਼ਾ ਮੰਗਤਾ ਬਣੇ ਰਹਿਣਾ। ਕਹਿੰਦੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ। ਕਹਿੰਦੇ ਕੱਪੜੇ ਵੀ ਲਾ ਦਿੱਤੇ, ਹੱਦ ਹੋ ਗਈ, ਨੰਗਾ ਫਿਰਦਾ ਰਿਹਾ ਜੰਗਲਾਂ ਦੇ ਵਿੱਚ, ਜੰਗਲਾਂ ਦੇ ਵਿੱਚ ਨਗਨ ਫਿਰਿਓ ਬਣ ਮਾਹੀ। ਬਣ ਦਾ ਅਰਥ ਹੈ ਜੰਗਲ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਜੰਗਲਾਂ ਵਿੱਚ ਕੀ ਹੈ ਫਰੀਦਾ, ਜੰਗਲ ਕਿਆ ਢੂੰਡੇ, ਕਹਿੰਦੇ ਕੀ ਜੰਗਲ ਵਿੱਚ ਢੂੰਡਣ ਜਾ ਰਹੇ ਆ, ਦੱਸ ਤਾਂ ਸਹੀ। ਵਸੀ ਰੱਬ ਹਿਆਲੀ ਹੈ, ਕਹਿੰਦੇ ਰੱਬ ਤਾਂ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ। ਹਿਆਲੀ ਦਾ ਅਰਥ ਹੈ ਹਿਰਦਾ, ਤੇਰਾ ਮਨ। ਰੱਬ ਬਾਹਰ ਨਹੀਂ, ਤੇਰੇ ਅੰਦਰ ਹੈ। ਆਪਣੇ ਆਪੇ ਦੀ ਪਹਿਚਾਣ ਕਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਦੀ ਪਹਿਚਾਣ ਕਰ ਵੀ ਤੂੰ ਹੈ ਕੀ ਹੈ, ਤੂੰ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾਣਾ, ਕਰਨਾ ਕੀ ਹੈ, ਕੀ ਨਹੀਂ ਕਰਨਾ। ਦੇਖੋ ਸਾਫ਼ ਜੀ ਹੈ, ਗੁਰਬਾਣੀ ਨੇ ਸਾਰਾ ਕੁਝ ਸਾਨੂੰ ਸਪਸ਼ਟ ਕਰ ਦਿੱਤਾ ਵੀ ਤੂੰ ਕੀ ਕਰਨਾ, ਕੀ ਨਹੀਂ ਕਰਨਾ। ਕਰਨਾ ਕੀ ਹੈ, ਕਹਿੰਦੇ ਤੂੰ ਕਰਨਾ ਹੈ ਉਸ ਮਾਲਕ ਨੂੰ ਹਮੇਸ਼ਾ ਚੇਤੇ ਦੇ ਵਿੱਚ ਯਾਦ ਰੱਖਣਾ, ਤੇਰੇ ਅੰਦਰੋਂ ਵਿਸਰੇ ਨਾ। ਕਿਵੇਂ,
ਕਹਿੰਦੇ ਜਿਵੇਂ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੈ, ਪਰਮਾਤਮਾ ਦੀ ਪ੍ਰੀਤ ਤੇਰੀ ਐ ਬਣ ਜਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਂਦੀ ਹੈ, ਜੇਕਰ ਤੂੰ ਪਰਮਾਤਮਾ ਤੋਂ ਵਿਛੜਿਆ ਹੋਇਆ ਤਾਂ ਤੇਰੇ ਅੰਦਰ ਵਿਛੋੜੇ ਦਾ ਦੁੱਖ ਐਸਾ ਹੋਵੇ ਵੀ ਪਰਮਾਤਮਾ ਤੋਂ ਬਿਨਾਂ ਤੂੰ ਪਲ ਪਲ ਮਰ ਰਿਹਾ ਹੈ। ਜੇਕਰ ਪਰਮਾਤਮਾ ਚੇਤੇ ਵਿੱਚ ਹੈ, ਹਰ ਪਲ ਤੂੰ ਨਵਾਂ ਜਨਮ ਜੀ ਰਿਹਾ, ਹਰ ਸਮੇਂ ਨਵਾਂ ਜਨਮ। ਕਰਤਾ ਪੁਰਖ ਅੰਦਰ ਕ੍ਰੀਏਸ਼ਨ ਆਫ ਗॉड, ਪਰਮਾਤਮਾ ਕੰਮ ਕਰ ਰਿਹਾ ਹੈ, ਉਹ ਹਮੇਸ਼ਾ ਕਰਤਾ ਹੈ, ਉਹ ਰੁਕਦਾ ਨਹੀਂ ਕਦੇ। ਸਾਡੇ ਅੰਦਰ ਹਰ ਰੋਜ਼ ਪਰਮਾਤਮਾ ਨਵਾਂ ਖੂਨ ਬਣਾ ਰਿਹਾ, ਸਵਾਸ ਬਾਹਰ ਕੱਢ ਰਿਹਾ, ਅੰਦਰ ਲਿਜਾ ਰਿਹਾ। ਇਹ ਪਰਮਾਤਮਾ ਦੀ ਮਿਹਰ ਹੈ। ਨਹੀਂ ਸਰੀਰ ਉਵੇਂ ਦਾ ਉਵੇਂ ਹੀ ਵਿਹੜੇ ਵਿੱਚ ਪਿਆ ਹੁੰਦਾ, ਪਰ ਸਾਹ ਨਹੀਂ ਜਾਂਦਾ, ਹਵਾ ਵੀ ਚੱਲ ਰਹੀ ਹੁੰਦੀ ਹੈ, ਬਾਕੀ ਲੋਕ ਵੀ ਸਾਹ ਲੈ ਰਹੇ ਹੁੰਦੇ ਨੇ, ਪਰ ਇੱਕ ਉਸ ਮੁਰਦੇ ਦੇ ਵਿੱਚ ਸਾਹ ਨਹੀਂ ਜਾਂਦਾ। ਕਿਉਂ? ਕਿਉਂਕਿ ਉਸ ਵਿੱਚੋਂ ਮਾਲਕ ਨੇ ਜੋਤ ਸੀ ਜਿਹੜੀ ਉਹ ਕੱਢ ਦਿੱਤੀ। ਉਹ ਜੋਤ ਨਹੀਂ ਹੁਣ ਉਹਦੇ ਵਿੱਚ, ਸਿਰਫ ਇੱਕ ਮਿੱਟੀ ਦਾ ਭਾਂਡਾ ਹੈ। ਉਹਨੂੰ ਕੋਈ ਦੱਬ ਦੇਵੇ, ਸਾੜ ਦੇਵੇ, ਫੂਕ ਦੇਵੇ, ਕੁਝ ਵੀ ਕਰ ਦੇਵੇ, ਉਹ ਉਹਦੀ ਸੰਭਾਲਣ ਦੀ ਕਿਰਿਆ ਵੱਖੋ ਵੱਖਰੀ ਹੈ, ਹਰੇਕ ਧਰਮ ਦੀ ਸੁੱਖ ਹੈ। ਕਹਿੰਦੇ ਤਟ ਤੀਰਥ ਸਭ ਧਰਤੀ ਭ੍ਰਮਿਓ, ਕਹਿੰਦੇ ਤਟਾਂ ਦਾ ਵੀ ਭ੍ਰਮਣ ਕੀਤਾ, ਤੀਰਥਾਂ ਤੇ ਵੀ ਗਿਆ। ਕਹਿੰਦੇ ਕੱਲੇ ਤੀਰਥ ਨਹੀਂ, ਸਾਰੀ ਧਰਤੀ ਭ੍ਰਮਣ ਕਰ ਦਿੱਤੀ, ਸਾਰੀ ਧਰਤੀ। ਜਿੱਥੇ ਵੀ ਕਿਸੇ ਨੇ ਵੀ ਦੱਸਿਆ ਵੀ ਫਲਾਣੇ ਥਾਂ ਤੇ ਆ, ਧਮਕੇ ਥਾਂ ਤੇ ਆ, ਉਧਰ ਜਾ, ਤੂੰ ਉਧਰ ਜਾ, ਛੱਡੇ ਹੀ ਕੋਈ ਨਹੀਂ, ਸਭ ਪਾਸੇ ਚਲਿਆ ਗਿਆ। ਦੁਬਦਾ ਛੁੱਟ ਕੇ ਨਹੀਂ, ਪਰ ਅੰਦਰ ਦੁਚਿੱਤੀ ਹੈ, ਦੁਬਦਾ ਪੈ ਗਈ ਹੈ, ਉਹ ਹੁਣ ਨਿਕਲਦੀ ਨਹੀਂ। ਕਿਉਂਕਿ ਜਿਨ੍ਹਾਂ ਕੋਲੇ ਗਿਆ ਸੀ ਮੇਰੀ ਦੁਬਦਾ ਦੂਰ ਹੋ ਜਾਵੇ, ਉਹ ਆਪ ਦੁਬਦਾ ਦੇ ਵਿੱਚ ਨੇ, ਉਹ ਆਪ ਦੁਬਦਾ ਵਿੱਚ ਨੇ ਵੀ ਅਸੀਂ ਇਹ ਕੰਮ ਕਰਤਾ ਰਹੇ ਹਾਂ। ਉਹਨਾਂ ਨੂੰ ਵੀ ਪਤਾ ਵੀ ਇਹ ਗਲਤ ਹੈ, ਪਰ ਲੋਕ ਆ ਰਹੇ ਨੇ, ਇਸ ਗੱਲ ਦੀ ਉਹਨਾਂ ਨੂੰ ਖੁਸ਼ੀ ਹੈ। ਉਹ ਆਪ ਦੁਬਦਾ ਵਿੱਚ ਨੇ, ਉਹ ਦੂਜੇ ਦੀ ਦੁਬਦਾ ਕੀ ਦੂਰ ਕਰਨਗੇ? ਜਿਹੜਾ ਆਪ ਦੁਬਦਾ ਵਿੱਚ ਹੈ, ਦੂਜੇ ਨੂੰ ਨਾ ਤਾਰ ਸਕਦਾ ਉਹ ਜਿਹੜਾ ਆਪ ਡੁੱਬਿਆ ਹੋਇਆ। ਅੱਗੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਮਨ ਕਾਮਨਾ ਤੀਰਥ ਜਾਏ ਵਸਿਓ। ਕਹਿੰਦੇ ਇਹ ਵੀ ਛੱਡ ਦੇਵੋ ਵੀ ਕਿੱਥੇ ਕਿੱਥੇ ਕੌਣ ਕੌਣ ਗਿਆ। ਕਹਿੰਦੇ ਮਨ ਦੀ ਇੱਛਾ ਹੋਵੇ ਵੀ ਮੈਂ ਸਿਰਫ ਇਸ ਤੀਰਥ ਉੱਤੇ ਜਾ ਕੇ ਵਸਣਾ, ਵੱਡਾ ਤੀਰਥ ਮਨ ਦੇ ਵਿੱਚ ਪਾ ਲਵੋ ਵੀ ਮੈਂ ਇੱਥੇ ਰਹਿਣਾ। ਕੋਈ ਕਹੇ ਜੀ ਮੈਂ ਸਿਰਫ ਤੇ ਸਿਰਫ ਜਾ ਕੇ ਦਰਬਾਰ ਸਾਹਿਬ ਹੀ ਬੈਠਣਾ, ਮੈਂ ਅੱਜ ਤੋਂ ਆਪਣੀ ਸਾਰੀ ਉਮਰ ਸਾਰੀ ਜ਼ਿੰਦਗੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਰਹਿ ਕੇ ਗੁਜ਼ਾਰਨੀ ਹੈ, ਬਾਕੀ ਦਾ ਛੱਡੋ। ਕੋਈ ਗਿਆ ਗਿਆ, ਪ੍ਰਯਾਗ ਗਿਆ, ਕੋਈ ਮੱਕੇ ਗਿਆ, ਮਦੀਨੇ ਗਿਆ, ਕੋਈ ਜਗਨਨਾਥ ਗਿਆ, ਕੋਈ ਕਿਤੇ ਗਿਆ, ਕੋਈ ਉਹ ਛੱਡੋ, ਆਪਣੇ ਤੇ ਲੈ ਲਓ। ਮੈਂ ਹੀ ਕਹਿ ਦੇਵਾਂ ਵੀ ਜੀ ਮੇਰਾ ਮਨ ਮੰਨਦਾ ਵੀ ਮੇਰੇ ਮਨ ਦੀ ਕਾਮਨਾ ਇਹ ਆ ਵੀ ਮੈਂ ਦਰਬਾਰ ਸਾਹਿਬ ਹੀ ਜਾ ਕੇ ਬੈਠਣਾ, ਬਸ ਮੈਂ ਉਦੋਂ ਬਿਨਾਂ ਕਿਤੇ ਬੈਠਣਾ ਹੀ ਨਹੀਂ ਜਾ ਕੇ। ਠੀਕ ਹੈ, ਦੇਖਣ ਵਾਲੇ ਨੂੰ ਵੀ ਚੰਗਾ ਲੱਗੇਗਾ। ਕਹਿੰਦੇ ਇੱਥੋਂ ਵੀ ਜਾਵੇ, ਇਹ ਵੀ ਛੋਟੀ ਗੱਲ। ਕਹਿੰਦੇ ਇਹ ਕਹਿ ਦੇ ਵੀ ਮੈਂ ਉੱਥੇ ਮਨ ਦੀ ਇੱਛਾ ਦੇ ਮੁਤਾਬਕ ਜਿਹੜੇ ਤੀਰਥ ਤੇ ਬੈਠਾ, ਉਹ ਤੀਰਥ ਤੇ ਬੈਠਾ ਕੋਈ ਮੈਨੂੰ ਆਰੇ ਨਾਲ ਵਿਚਾਲਿਓਂ ਚੀਰ ਦੇਵੇ। ਸਿਰ ਕਰਵਤ ਧਰਾਏ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਕਰਵਤ ਦਾ ਅਰਥ ਹੈ ਆਰਾ। ਹਿੰਦੂ ਧਰਮ ਦੇ ਵਿੱਚ ਜਾਂ ਬ੍ਰਾਹਮਣ ਇਜ਼ਮ ਦੇ ਮੁਤਾਬਕ, ਬ੍ਰਾਹਮਣ ਮਤ ਦੇ ਮੁਤਾਬਕ ਇੱਕ ਆਰਾ ਜਿਹੜਾ ਹਰਿਦੁਆਰ ਦੇ ਵਿੱਚ ਪਿਆ, ਬਹੁਤ ਪੁਰਾਣਾ, ਜਿਹਦੇ ਨਾਲ ਬਾਹਮਣ ਲੋਕ ਸੀ ਜਿਹੜੇ ਦੂਜੇ ਲੋਕਾਂ ਨੂੰ ਵੱਢ ਦਿੰਦੇ ਸੀ। ਕਿਹਾ ਜਾਂਦਾ ਕਹਿੰਦੇ ਉਹ ਸ਼ਿਵ ਜੀ ਦਾ ਆਰਾ ਸੀ, ਮਹਾਦੇਵ ਦਾ। ਕਹਿੰਦੇ ਮਹਾਦੇਵ ਨੇ ਉਹ ਆਰਾ ਲਾਇਆ ਸੀ ਵੀ ਜਿਹੜਾ ਬੰਦਾ ਮੁਕਤੀ ਚਾਹੁੰਦਾ ਉਹ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲਵੇ, ਪਰ ਉਹਦੀ ਇੱਕ ਸ਼ਰਤ ਆ। ਆਪਣੇ ਆਪ ਨੂੰ ਚਿਰਵਾਉਣ ਤੋਂ ਪਹਿਲਾਂ ਇੱਕ ਸ਼ਰਤ ਆ ਕਿ ਕਹਿੰਦੇ ਆਪਣਾ ਧਨ ਦੌਲਤ, ਘਰ ਜ਼ਮੀਨ, ਘਰ ਵਾਲੀ, ਬੱਚੇ, ਗਹਿਣੇ, ਨਗਦੀ, ਹਰੇਕ ਚੀਜ਼ ਉਸ ਥਾਂ ਉੱਤੇ ਬੈਠੇ ਬ੍ਰਾਹਮਣ ਦੇ ਨਾਂ ਕਰਕੇ ਮਰੇ, ਫੇਰ ਤੂੰ ਮੁਕਤ ਹੋਵੇਗਾ। ਇਹ ਵਹਿਮ ਸੀ। ਭਗਤ ਕਬੀਰ ਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਕਹਿੰਦੇ ਕਰਵਤ ਆਰੇ ਨਾਲ ਚੀਰੇ ਜਾਣ ਤੋਂ ਮੈਨੂੰ ਵੱਧ ਦੁੱਖ ਉਦੋਂ ਆ ਵੀ ਜਦੋਂ ਪਰਮਾਤਮਾ ਤੇਰੀ ਪਿੱਠ ਹੈ ਮੇਰੇ ਵੱਲ,
ਕਿਉਂਕਿ ਮੇਰੇ ਕੀਤੇ ਕਰਮਾਂ ਕਰਕੇ ਹੈ ਨਾ, ਮੈਂ ਗਲਤੀਆਂ ਕਰ ਰਿਹਾ, ਇਸੇ ਕਰਕੇ ਮਾਲਕ ਮੇਰੇ ਤੇ ਖੁਸ਼ ਨਹੀਂ, ਪਰਮਾਤਮਾ ਮੇਰੇ ਤੇ ਖੁਸ਼ ਨਹੀਂ, ਮੇਰੇ ਵੱਲ ਪਿੱਠ ਕਰ ਲਓ। ਮੈਂ ਬੱਚਾ ਪਿੱਛੇ ਆਵਾਜ਼ ਮਾਰਦਾ ਹੋਵੇ, ਛੋਟਾ ਬੱਚਾ, ਤੇ ਬਾਪ ਉਹਦੇ ਵੱਲ ਧਿਆਨ ਹੀ ਨਾ ਦੇਵੇ, ਬੱਚਾ ਰੋ ਕੇ ਵੀ ਆਵਾਜ਼ ਮਾਰਦਾ, ਉੱਚੀ ਦਿਨੇ ਵੀ ਆਵਾਜ਼ ਮਾਰਦਾ ਰੋ ਕੇ, ਵੀ ਮੇਰੇ ਵੱਲ ਵੇਂਦਾ ਕਿਉਂ ਨਹੀਂ, ਭਾਵ ਕਿ ਜਦੋਂ ਕਿਸੇ ਵੱਲ ਪਿੱਠ ਕਰ ਲਈਏ ਨਾ, ਉਹ ਦੁੱਖ ਹੁੰਦਾ ਬਹੁਤ ਵੱਡਾ। ਭਗਤ ਕਬੀਰ ਜੀ ਕਹਿੰਦੇ, ਹੇ ਪ੍ਰਮਾਤਮਾ ਜੀ, ਤੇਰੀ ਮੇਰੇ ਵੱਲ ਕੀਤੀ ਹੋਈ ਮੇਰੇ ਕਰਮਾਂ ਕਰਕੇ ਪਿੱਠ ਮੈਨੂੰ ਆਰੇ ਤੋਂ ਵੀ ਜ਼ਿਆਦਾ ਦੁੱਖ ਦੇ ਰਹੀ ਹੈ। ਆਰੇ ਦਾ ਜ਼ਿਕਰ ਤਾਂ ਆਇਆ ਕਿਉਂਕਿ ਭਗਤ ਕਬੀਰ ਜੀ ਉਸੇ ਇਲਾਕੇ ਦੇ ਨੇ। ਕਰਵਤ ਦਾ ਅਰਥ ਹੈ ਆਰਾ। ਕਹਿੰਦੇ ਇੱਥੇ ਹੀ ਨਹੀਂ ਵੀ ਤੇਰਾ ਤੀਰਥ ਉੱਤੇ ਜਾ ਕੇ ਬੈਠਣਾ, ਉਦੋਂ ਗਾਹਾਂ ਦੀ ਵੀ ਤੂੰ ਆਰੇ ਨਾਲ ਆਪਣੇ ਆਪ ਨੂੰ ਚਰਵਾਉਣਾ ਚਾਹੁੰਦਾ ਹੋਵੇਂ, ਮੈਂ ਆਰੇ ਨਾਲ ਚੀਰਿਆ ਜਾਵਾਂ, ਕਹਿੰਦੇ ਫਿਰ ਕੀ ਹੋਵੇਗਾ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਮਨ ਦੀ ਮੈਲ ਨਹੀਂ ਉਤਰਦੀ। ਵੇਖੋ ਨਾ ਪਿੱਛੇ ਕਿੱਡਾ ਜਲੂਸ ਨਿਕਲਿਆ ਸਾਡੀ ਕੌਮ ਦਾ। ਕਦੇ ਗ੍ਰੰਥੀ ਕੈਮਰਿਆਂ ਦੇ ਸਾਹਮਣੇ ਰੋ ਰਿਹਾ, ਅੰਮ੍ਰਿਤਸਰ ਦਰਬਾਰ ਸਾਹਿਬ ਦਾ ਗ੍ਰੰਥੀ ਕੈਮਰਿਆਂ ਦੇ ਸਾਹਮਣੇ ਰੋ ਰਿਹਾ ਵੀ ਮੈਨੂੰ ਦੂਜੇ ਗ੍ਰੰਥੀ ਤੰਗ ਕਰ ਰਹੇ ਨੇ ਜਿਹੜੇ ਮੇਰੇ ਉੱਤੇ ਨੇ। ਕਦੇ ਰਾਗੀ ਰੋ ਰਹੇ ਨੇ ਕੈਮਰਿਆਂ ਦੇ ਮੂਹਰੇ ਵੀ ਸਾਨੂੰ ਹੈੱਡ ਗ੍ਰੰਥੀ ਤੰਗ ਕਰ ਰਿਹਾ, ਸਾਨੂੰ ਹੈੱਡ ਗ੍ਰੰਥੀ ਦਾ ਜਵਾਈ ਤੰਗ ਕਰ ਰਿਹਾ, ਸਾਨੂੰ ਰੋਹ ਮਾਰਦੇ ਆ, ਸਾਨੂੰ ਚੱਲਦੇ ਸ਼ਬਦ ਵਿੱਚ ਰੁਕਵਾ ਦਿੰਦੇ ਆ ਵੀ ਇਹ ਸ਼ਬਦ ਨਹੀਂ ਪੜ੍ਹਨਾ, ਆਹ ਪੜ੍ਹੋ। ਹੈਰਾਨਗੀ ਦੀ ਗੱਲ ਹੈ ਨਾ। ਮਨ ਕੀ ਮੈਲ ਨਾ ਉਤਰੇ ਇਹ ਵਿਦ, ਚਾਹੇ ਕੋਈ ਲੱਖ ਯਤਨ ਕਰੇ, ਜੇਕਰ ਮਨ ਦੀ ਮੈਲ ਨਹੀਂ ਨਾ ਗਈ ਤਾਂ ਬੇਸ਼ੱਕ ਤੂੰ ਆਪਣਾ ਜੀਵਨ ਗੁਰੂ ਦੀ ਹਜ਼ੂਰੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਵੀ ਤੇਰੀ ਜਾਨ ਨਿਕਲ ਜਾਵੇ, ਜੇਕਰ ਮਨ ਦੀ ਮੈਲ ਨਾ ਗਈ ਨਾ, ਤੂੰ ਮੁਕਤ ਨਹੀਂ, ਤੇਰੀ ਮੁਕਤੀ ਨਹੀਂ ਹੈ ਨਾ, ਕਿਉਂਕਿ ਮੈਲ ਤਾਂ ਗਈ ਨਹੀਂ, ਮੈਲ ਤਾਂ ਉਵੇਂ ਹੀ। ਹੁਣ ਦੋ ਤਰ੍ਹਾਂ ਦੀ ਮੈਲ ਦਾ ਜ਼ਿਕਰ ਹੈ ਸਾਡੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ। ਕੀ ਇੱਕ ਮੈਲ ਹੈ ਜਿਹੜੀ ਬਾਹਰ ਦੀ ਹੈ, ਜਿਹਨੂੰ ਪਾਣੀ ਦੇ ਨਾਲ ਧੋਤਾ ਜਾ ਸਕਦਾ। ਜੇਕਰ ਉਦੋਂ ਵੱਧ ਮੈਲ ਕੱਪੜਿਆਂ ਦੇ ਵਿੱਚ ਪੈ ਗਈ ਤਾਂ ਕੱਪੜਿਆਂ ਨੂੰ ਪਾਣੀ ਤੇ ਸਾਬਣ ਦੇ ਮੇਲ ਦੇ ਨਾਲ ਧੋਤਾ ਜਾ ਸਕਦਾ, ਸਾਫ਼ ਹੋ ਜਾਵੇਗਾ। ਕੱਪੜਾ ਜਿੰਨਾ ਵੀ ਗੰਦਾ ਹੋਵੇ ਉਹਨੂੰ ਸਾਬਣ ਤੇ ਸਰਫ ਦੇ ਨਾਲ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਸਲ ਕੇ ਧੋ ਦੇਵੋ, ਉਹ ਮੈਲ ਦੂਰ ਹੋ ਜਾਵੇਗੀ। ਮਸਲਣਾ ਤਾਂ ਪਵੇਗਾ ਨਾ। ਗੰਦਾ ਕੱਪੜਾ ਸਾਹਮਣੇ ਪਿਆ ਸਾਡੇ, ਉਹਦੇ ਉੱਤੇ ਸਾਨੂੰ ਪਤਾ ਵੀ ਇਹਦੀ ਪ੍ਰਕਿਰਿਆ ਇਹ ਆ ਵੀ ਇਹਨੂੰ ਪਾਣੀ ਵਿੱਚ ਗਿੱਲਾ ਕਰਨਾ ਪਵੇਗਾ, ਸਾਬਣ ਘਸਾਉਣੀ ਪਵੇਗੀ, ਬੁਰਸ਼ ਵੀ ਮਾਰਨਾ ਪਵੇਗਾ, ਥਾਪੀ ਨਾਲ ਵੀ ਕੁੱਟਣਾ ਪਵੇਗਾ, ਹੱਥਾਂ ਨਾਲ ਵੀ ਮਲਣਾ ਪਵੇਗਾ, ਫਿਰ ਪਾਣੀ ਸਾਫ਼ ਵਿੱਚੋਂ ਕੱਢ ਕੇ ਦੁਬਾਰੇ ਫਿਰ ਉਹਨੂੰ ਸੁੱਕਣਾ ਪਾਉਣਾ ਪਵੇਗਾ, ਇੰਤਜ਼ਾਰ ਕਰਨਾ ਪਵੇਗਾ ਵੀ ਦਾਗ ਲੈ ਗਿਆ, ਫਿਰ ਦੇਖਦੇ ਵੀ ਹਾਂ ਦਾਗ ਲੈ ਗਿਆ। ਤੇ ਇੰਨੀ ਮਿਹਨਤ ਹੀ ਆਪਣੇ ਅੰਦਰ ਤੇ ਕਰਨੀ ਹੈ। ਦੇਖੋ ਨਾ, ਸਾਫ਼ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਫ਼ ਸਾਨੂੰ ਬਖਸ਼ਿਸ਼ ਕੀਤੀ ਹੈ, ਦੱਸਿਆ ਕਿ ਕਹਿੰਦੇ ਮਨ ਦੇ ਤਲ ਤੋਂ ਪਹਿਲਾਂ ਜੇਕਰ ਤੇਰਾ ਤਨ ਗੰਦਾ ਏ ਤਾਂ ਉਹਦੀ ਵਿਧੀ ਹੈ ਕਿ ਕਹਿੰਦੇ ਤੇਰੇ ਤਨ ਦੇ ਉੱਤੇ ਮੈਲ ਲੱਗ ਗਈ, ਚਿੱਕੜ ਲੱਗ ਗਿਆ, ਉਹਦਾ ਜ਼ਿਕਰ ਕੀ ਹੈ, ਕਹਿੰਦੇ ਪਾਣੀ ਵਰਤ ਲੈ, ਤੇਰੇ ਤਨ ਤੋਂ ਮੈਲ ਦੂਰ ਹੋ ਜਾਵੇਗੀ। ਹੁਣ ਅਗਲਾ ਕੀ ਹੈ, ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੀ, ਵੀ ਕੱਪੜੇ ਉੱਤੇ ਗੰਦ ਮੰਦ ਦੇ ਛਿੱਟੇ ਪੈ ਗਏ, ਗੰਦਾ ਲੱਗ ਗਿਆ, ਦਾਗ ਲੱਗ ਗਿਆ, ਚਾਹ ਡੁੱਲ ਗਈ, ਕੁਛ ਵੀ ਲੱਗ ਗਿਆ, ਉਹਦੀ ਵਿਧੀ ਕੀ ਆ, ਕਹਿੰਦੇ ਦੇ ਸਾਬੂਨ ਲਈਏ ਉਹ ਧੋਏ, ਸਾਬਣ ਲੈ ਕੇ ਉਸ ਕੱਪੜੇ ਦੀ ਗੰਦਗੀ ਨੂੰ ਦੂਰ ਕੀਤਾ ਜਾਂਦਾ। ਇਹੀ ਤਰੀਕਾ ਆਪਾਂ ਸਾਰੇ ਬਣਾਉਣੇ ਆ। ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ, ਆਪਾਂ ਇਹੀ ਕਰਦੇ ਆ ਨਾ ਜੀ, ਮਸ਼ੀਨ ਦੇ ਵਿੱਚ ਪਾ ਦਿੰਦੇ ਆ, ਸਰਫ ਪਾ ਕੇ, ਪਾਣੀ ਪਾ ਕੇ, ਉਹ ਮਸ਼ੀਨ ਨੂੰ ਅੱਜ ਕੱਲ੍ਹ ਝੱਲ ਦਿੰਦੀ, ਹੱਥਾਂ ਦੀ ਬਹੁਤੀ ਲੋੜ ਨਹੀਂ ਪੈਂਦੀ। ਪਰ ਜੇ ਕੱਪੜਾ ਫਿਰ ਵੀ ਬਹੁਤਾ ਗੰਦਾ ਹੋਵੇ ਤਾਂ ਫਿਰ ਵੀ ਹੱਥਾਂ ਨਾਲ ਕਈ ਵਾਰ ਮਿਹਨਤ ਕਰਨੀ ਪੈਂਦੀ ਹੈ, ਫਿਰ ਮੈਲ ਦੂਰ ਹੁੰਦੀ ਹੈ। ਪਾਤਸ਼ਾਹ ਜੀ ਕਹਿੰਦੇ ਉਸੇ ਹੀ ਤਰੀਕੇ ਨਾਲ, ਬਿਲਕੁਲ ਉਵੇਂ ਹੀ, ਕਹਿੰਦੇ ਤੇਰਾ ਮਨ ਹੈ ਜਿਹੜਾ ਉਹ ਪਾਪਾਂ ਦੇ ਨਾਲ ਭਰਿਆ ਹੋਇਆ, ਮਨ ਪਾਪਾਂ ਦੇ ਨਾਲ ਭਰਿਆ ਹੋਇਆ ਏ। ਉਤਰੇਗਾ ਕਿਵੇਂ? ਸੱਚੇ ਮਾਲਕ ਪਰਮਾਤਮਾ ਨੂੰ ਯਾਦ ਕਰਕੇ।
ਹੁਣ ਯਾਦ ਮੈਲ ਬਹੁਤ ਵੱਡੀ ਹੈ ਨਾ, ਤਾਂ ਕੱਪੜਿਆਂ ਨੂੰ ਤਾਂ ਛੋਟੀ ਸੀ। ਸਾਡੇ ਮਨ ਨੂੰ ਤਾਂ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ। ਇੱਥੇ ਤਾਂ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ। ਕੀ ਹੋਇਆ? ਕਾਲਾ ਹੁਆ ਸਿਆ, ਕਹਿੰਦੇ ਬਿਲਕੁਲ ਸ਼ਾਹ, ਇੰਨੀ ਮੈਲ ਲੱਗੀ ਹੈ ਕਿ ਮਨ ਕਾਲਾ ਹੋਇਆ ਪਿਆ। ਹੁਣ ਜਿਹੜਾ ਕਾਲਾ ਹੈ ਬਿਲਕੁਲ ਦਾਗ ਏਡਾ ਕਾਲਾ, ਹੁਣ ਉਹਨੂੰ ਮਿਹਨਤ ਵੀ ਵੱਧ ਲੱਗੀ। ਇੱਕ ਕੱਪੜੇ ਉੱਤੇ ਹੀ ਕੋਈ ਕਾਲਾ ਤੇਲ ਲੱਗ ਜਾਵੇ, ਗਰੀਸ ਲੱਗ ਜਾਵੇ, ਉਹ ਦਾਗ ਕੱਢਣਾ ਕਿੰਨਾ ਔਖਾ, ਸੋਚ ਕੇ ਵੇਖੋ। ਤੇ ਸਾਡਾ ਮਨ ਤਾਂ ਸ਼ਾਹ ਕਾਲਾ ਹੋਇਆ, ਬਿਲਕੁਲ ਕਾਲਾ। ਤੇ ਉਹ ਮਨ ਦੀ ਮੈਲ ਦੂਰ ਕਰਨ ਦੇ ਲਈ ਕੀ, ਇਹ ਕਹਿੰਦੇ ਜਨਮ ਵੀ ਥੋੜਾ ਹੈ ਪਰ ਮਿਲਿਆ। ਇਸ ਕਰਕੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਕੀ ਕਰ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਤੇ ਸਿਰਫ ਸਤ ਸੰਗਤ ਵਿੱਚ ਆ ਕੇ ਬਾਣੀ ਪੜ, ਉਸ ਮਾਲਕ ਦੇ ਗੁਣਾਂ ਨੂੰ ਗਾ। ਇੰਨਾ ਕੰਮ ਕਰਨਾ, ਇਦੋਂ ਬਾਅਦ ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਕੱਖ ਨਾ ਕਰ। ਤੈਨੂੰ ਕੋਈ ਧਾਰਮਿਕ ਰੀਤਾਂ ਅਪਣਾਉਣ ਦੀ ਲੋੜ ਨਹੀਂ ਵੀ ਤੈਨੂੰ ਇਹ ਕਰਨਾ ਹੀ ਪਊ, ਤੇਰੇ ਸਿਰ ਤੇ ਹੀ ਬੰਨਿਆ ਹੋਇਆ, ਨਹੀਂ। ਇੰਨਾ ਕੰਮ ਹੀ ਕਰ ਲਿਆ। ਬਾਣੀ ਨੇ ਇੰਨਾ ਕੰਮ ਹੀ ਕਿਹਾ। ਸਿਰਫ ਸਤ ਸੰਗਤ ਦੇ ਵਿੱਚ ਬੈਠ ਕੇ ਤੂੰ ਆਪਣੇ ਆਪ ਨੂੰ ਢਾਲਣ ਦਾ ਯਤਨ ਕਰ, ਕੋਸ਼ਿਸ਼ ਕਰ। ਇੱਕ ਦਿਨ ਇੱਕ ਐਬ ਛੱਡਦਾ ਜਾ। ਕਿੰਨਾ ਚਿਰ? ਮੰਨ ਲਓ ਅੱਜ ਸਾਡੇ 30 ਸਾਲ ਜ਼ਿੰਦਗੀ ਦੇ ਲੰਘ ਗਏ, ਕਿੰਨਾ ਕੁਛ ਕਰਦੇ ਆ, ਕਿੰਨੀਆਂ ਬਦਫੈਲੀਆਂ ਗਲਤੀਆਂ ਕਰਦੇ ਆ, ਲੰਘ ਗਏ। ਸਮਾਜ ਨੂੰ ਅਸੀਂ ਆਪ ਖਰਾਬ ਕਰ ਦਿੱਤਾ। ਇਹ ਮੰਨ ਲਓ ਵੀ ਮੇਰੇ ਕਰਕੇ ਸਮਾਜ ਗੰਦਾ ਹੋਇਆ, ਮੇਰੇ, ਕਿਉਂਕਿ ਮੈਂ ਗੰਦਾ ਤੇ ਸਮਾਜ ਗੰਦਾ। ਅੱਜ ਆਪਣੇ ਆਪ ਨੂੰ ਮੈਂ ਹੀ ਸੁਧਾਰਨਾ ਸ਼ੁਰੂ ਕਰ ਦੇਵਾਂ ਵੀ ਅੱਜ ਵੀ ਹੇ ਮੇਰੇ ਮਾਲਕ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡਾ ਇਹ ਚਰਨ ਪਏ ਹੋਏ ਸਥਾਨ ਹੈ। ਮੈਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਵਾਅਦਾ ਕਰਦਾ ਵੀ ਅੱਜ ਮੈਂ ਇੱਕ ਆਪਣਾ ਪਾਪ ਜਿਹੜਾ ਗੁਨਾਹ ਅੱਜ ਤੋਂ ਛੱਡ ਕੇ ਜਾ ਰਿਹਾ, ਮੈਂ ਨਹੀਂ ਕਰਾਂਗਾ। ਚਾਹੇ ਧੌਣ ਲੈ ਜਾਵੇ ਮੇਰੀ, ਮੈਂ ਨਹੀਂ ਕਰਾਂਗਾ। ਬਹੁਤਾ ਨਹੀਂ, ਇੰਨਾ ਹੀ ਮੰਨ ਲਓ, ਮੈਂ ਸਿਰਫ ਤੇ ਸਿਰਫ ਸੱਚ ਬੋਲਾਂਗਾ। ਸਿਰਫ ਤੇ ਸਿਰਫ ਅੱਜ ਤੋਂ ਮੈਂ ਸੱਚ ਬੋਲਾਂਗਾ, ਮੈਂ ਝੂਠ ਕਦੀ ਨਹੀਂ ਬੋਲਾਂਗਾ। ਇਸ ਗੱਲ ਦੀ ਪਹਿਰਾ ਦੇਖ ਕੇ ਦੇਖ ਲਓ, ਤੁਹਾਨੂੰ ਆਪੇ ਸਕੂਨ ਆਉਣ ਲੱਗ ਜਾਣਾ। ਪਰ ਇਹ ਆ, ਤੁਹਾਡੇ ਸੱਚ ਬੋਲਣ ਦੇ ਨਾਲ ਹੋ ਸਕਦਾ ਤੁਹਾਡੇ ਆਪਣੇ ਵੀ ਦੂਰ ਹੋ ਜਾਣ। ਸਾਫ਼ ਹੈ, ਕਿਉਂਕਿ ਸੱਚ ਆਮ ਕਰਕੇ ਕਿਹਾ ਜਾਂਦਾ ਬਹੁਤ ਕੌੜਾ ਹੈ, ਪਰ ਸੱਚ ਬਾਅਦ ਵਿੱਚ ਬਹੁਤ ਮਿੱਠਾ ਹੈ। ਬਾਅਦ ਵਿੱਚ ਔਲੇ ਦਾ ਚਾਰ ਬਕਬਕਾ ਹੁੰਦਾ ਨਾ, ਔਲਾ ਖਾਣਾ, ਪਰ ਉਹਦਾ ਹਾਜ਼ਮਾ ਜਿਹੜਾ ਹੈ ਨਾ ਮਨੁੱਖ ਦਾ, ਉਹ ਬਾਅਦ ਚੋਂ ਠੀਕ ਕਰ ਦਿੰਦਾ। ਅੱਧੇ ਘੰਟੇ 15 ਮਿੰਟਾਂ ਬਾਅਦ ਫਿਰ ਬੰਦਾ ਕਹਿੰਦਾ ਵੀ ਹਾਂ ਬਿਲਕੁਲ ਸਹੀ ਹੈ, ਬਕਬਕਾ ਤਾਂ ਸੀ ਪਰ ਮੈਨੂੰ ਸਕੂਨ ਆ ਗਿਆ, ਮੇਰਾ ਖਾਧਾ ਪੀਤਾ ਪਚ ਗਿਆ। ਸੱਚ ਏਦਾਂ ਹੀ ਹੈ, ਸੱਚ ਦੇ ਲੜ ਲੱਗ ਜਾਈਏ। ਕਹਿੰਦੇ ਕਨਕ ਕਾਮਣੀ ਹੈਬਰ ਗੈਬਰ, ਬਹੁ ਵਿਧ ਦਾਨ ਦਾ ਤਾਰਾ। ਕਹਿੰਦੇ ਜੇ ਕੋਈ ਮਨੁੱਖ ਸੋਨਾ, ਇਸਤਰੀ, ਘੋੜੇ, ਹਾਥੀ, ਚੰਗੀਆਂ ਵਧੀਆ ਕਿਸਮਾਂ ਦੇ ਦਾਨ ਵੀ ਕਰ ਦੇਵੇ। ਹੁਣ ਦੇਖੋ ਦਾਨ ਤੇ ਗੱਲ ਆ ਗਈ। ਅਸੀਂ ਕਹਿੰਦੇ ਵੀ ਸ਼ਾਇਦ ਗੁਰਦੁਆਰੇ ਪੱਖਾ ਲਵਾ ਕੇ ਸਾਡੇ ਪਾਪ ਧੋਤੇ ਜਾਣਗੇ। ਆਮ ਆ ਸਾਡੇ ਵਿੱਚ ਇਹ ਗੱਲਾਂ। ਕੋਈ ਕਹਿੰਦਾ ਜੀ ਮੈਂ ਗੁਰਦੁਆਰੇ ਪਾਲਕੀ ਬਣਵਾ ਦੇਵਾਂਗਾ, ਮੇਰੇ ਪਾਪ ਧੋਤੇ ਜਾਣਗੇ, ਮੈਂ 11,000 ਦੇ ਦਿੰਨਾ, ਮੈਂ ਰਮਾਲਾ ਚੜਾ ਦਿੰਨਾ, ਮੈਂ ਆਹ ਕਰ ਦਿੰਨਾ, ਮੈਂ ਉਹ ਕਰ ਦਿੰਨਾ। ਕਾਹਦੇ ਲਈ? ਵੀ ਮੇਰੀਆਂ ਗਲਤੀਆਂ ਬਖਸ਼ੀਆਂ ਜਾਣ। ਸਿਰਫ ਦਾਨ ਕਰਨ ਦੇ ਨਾਲ ਕਹਿੰਦਾ ਗਲਤੀਆਂ ਬਖਸ਼ੀਆਂ ਜਾਣ। ਕਹਿੰਦੇ ਕਣਕ ਕਾਮਣੀ ਹੈਬਰ ਗੈਬਰ, ਬਹੁ ਵਿਧ ਦਾਨ ਦਾ ਤਾਰਾ। ਕੱਲਾ ਪੱਖਾ ਨਹੀਂ, ਕੱਲਾ ਰਮਾਲਾ ਨਹੀਂ, ਕਹਿੰਦੇ ਹਾਥੀ, ਘੋੜੇ, ਵੱਡੀ ਮਹਿੰਗੀ, ਸਭ ਤੋਂ ਮਹਿੰਗੀ ਚੀਜ਼ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਵਰਤਿਆ ਨਾ, ਹਾਥੀ ਸਭ ਤੋਂ ਮਹਿੰਗਾ ਜਾਨਵਰ ਸੀ ਉਦੋਂ। ਹਾਥੀ ਬਹੁਤ ਰਾਜਿਆਂ ਕੋਲ ਹੀ ਹੁੰਦੇ ਸੀ, ਹੋਰ ਕਿਸੇ ਕੋਲ ਨਹੀਂ ਹੁੰਦਾ ਸੀ। ਆਮ ਲੋਕਾਂ ਕੋਲ ਤਾਂ ਘੋੜਾ ਨਹੀਂ ਹੁੰਦਾ ਸੀ। ਅੱਜ ਦੇ ਸਮੇਂ ਵਿੱਚ ਕਹਿ ਲਈਏ ਵੀ ਆਮ ਲੋਕ ਅੱਜ ਵੀ ਸਾਈਕਲ ਤੋਂ ਵੱਧੋਂ ਵੱਧ ਮੋਟਰਸਾਈਕਲ ਤੇ ਆ ਗਏ। ਗੱਡੀ ਤਾਂ ਹਜੇ ਵੀ ਨਹੀਂ ਨਾ, ਗੱਡੀ ਤੱਕ ਤਾਂ ਜਿਹੜੇ ਗੱਡੀ 'ਚ ਆ ਗਏ ਉਹ ਉਦੋਂ ਵੱਡੀ ਗੱਡੀ ਲੈਣਾ ਚਾਹੁੰਦੇ ਨੇ, ਉੱਥੇ ਤੱਕ ਨਹੀਂ ਪਹੁੰਚ ਸਕਦੇ। ਜਿਹੜੇ ਗੱਡੀਆਂ ਵਾਲੇ ਨੇ ਉਹ ਜਹਾਜ਼ਾਂ ਤੱਕ ਨੇ, ਜਹਾਜ਼ਾਂ ਵਾਲੇ ਅੱਗੇ ਚਾਹੁੰਦੇ ਨੇ ਵੀ ਅਸੀਂ ਰਾਕਟ ਵੀ ਉਡਾ ਦਈਏ। ਹੁਣ ਏਦਾਂ ਹੀ ਆ ਨਾ।
ਸਿਰਫ ਇਸੇ ਚੱਕਰ ਦੇ ਵਿੱਚ ਲੋਕ ਅੱਗੇ ਅੱਗੇ ਬਹੁਤ ਵੱਡਾ ਵੱਡਾ ਦਾਨ ਕਰਦੇ ਨੇ। ਪਿੱਛੇ ਜੇ ਇੱਕ ਖਬਰ ਆਈ ਸੀ, ਦਰਬਾਰ ਸਾਹਿਬ ਕਿਸੇ ਨੇ ਸੋਨੇ ਦੇ 51 ਪੱਖੇ ਸੋਨੇ ਦੇ ਬਣਵਾ ਕੇ ਚੜਾਏ। ਕੀ ਬਹਾਦਰੀ ਹੈ ਜੀ, ਕੀ ਤੀਰ ਮਾਰ ਲਿਆ। ਸੋਨੇ ਦੇ ਹਵਾ ਪੱਖੇ ਵੀ ਦੇ ਰਹੇ ਨੇ ਨਾ, ਸੋਨੇ ਦੇ ਪੱਖੇ ਵੀ ਹਵਾ ਹੀ ਦੇਣਗੇ। ਪਰ ਜੇਕਰ ਉਹੀ ਸਿਉਣਾ ਕਿਸੇ 4 ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲੱਗਿਆ ਹੁੰਦਾ, ਉਹਨਾਂ ਦੇ ਭਵਿੱਖ ਤੇ ਲੱਗਿਆ ਹੁੰਦਾ, ਉਹਨਾਂ ਦੀ ਦੇਖ ਰੇਖ ਤੇ ਲੱਗਿਆ ਹੁੰਦਾ, ਤਾਂ ਅੱਜ ਸਾਡੇ ਸਮਾਜ ਦੇ ਲੋਕ ਦੂਜਿਆਂ ਵੱਲ ਨਾ ਭੱਜਦੇ। ਅੱਜ ਸਾਡੀ ਕਮਿਊਨਿਟੀ ਦੇ ਲੋਕ ਇਸ ਪੰਜਾਬ ਦੀ ਧਰਤੀ ਤੇ ਜਾਏ ਅੱਜ ਈਸਾਈ ਨਾ ਬਣਦੇ, ਜੇਕਰ ਉਹੀ ਪੈਸਾ ਸਾਡੀ ਕੌਮ ਤੇ ਲੱਗਿਆ ਹੁੰਦਾ। ਪਰ ਨਹੀਂ, ਅਸੀਂ ਉਸ ਵਾਲੇ ਪਾਸੇ ਨਹੀਂ ਜਾਣਾ। ਅਸੀਂ ਉਸ ਪਾਸੇ ਵਾਲੇ ਜਾਣਾ ਜਿੱਥੇ ਸਾਡਾ ਡੋਬਾ ਹੋ ਰਿਹਾ, ਵੀ ਅਸੀਂ ਡੁੱਬਦੇ ਜਾ ਰਹੇ ਹਾਂ, ਖੂਹ ਖਾਤੇ ਡਿੱਗਦੇ ਜਾ ਰਹੇ ਹਾਂ। ਪੈਸੇ ਦਾਨ ਦੇ ਨਾਲ ਨਹੀਂ ਰੱਬ ਦੀਆਂ ਖੁਸ਼ੀਆਂ ਮਿਲਦੀਆਂ। ਕਹਿੰਦੇ ਅੰਨ ਵਸਤਰ ਭੂਮ ਬਹੁ ਅਰਪੇ, ਇਦੋਂ ਵੀ ਗਾਹਾਂ ਕਹਿੰਦੇ ਅੰਨ ਦਾਨ ਕਰਦਾ, ਕੋਈ ਕੱਪੜੇ ਦਾਨ ਕਰਦਾ, ਕੋਈ ਇੱਥੋਂ ਤੱਕ ਜ਼ਮੀਨ ਦਾਨ ਕਰ ਦਿੰਦਾ ਹੈ। ਜੀ ਮੈਂ 10 ਕਿੱਲੇ ਫਲਾਣੇ ਡੇਰੇ ਨੂੰ ਛੱਡੇ, ਮੈਂ 10 ਕਿੱਲੇ ਮੰਦਿਰ ਨੂੰ ਛੱਡੇ, ਮੈਂ 10 ਕਿੱਲੇ ਮਸਜਿਦ ਨੂੰ ਛੱਡੇ, ਮੈਂ ਆਹ 5 ਕਿੱਲੇ ਗੁਰਦੁਆਰੇ ਨਾਲ ਛੱਡਤੇ ਜੀ, ਦਾਨ ਕਰਤਾ। ਠੀਕ ਹੈ, ਚੰਗੀ ਗੱਲ ਹੈ। ਤੇਰੇ ਕੋਲੇ ਸਰਦਾ ਵਰਦਾ 50 ਕਿੱਲੇ ਹੋਰ ਪਏ ਨੇ, 5 ਕਿੱਲੇ ਦੇ ਦੇਵੇਂਗਾ, ਕੋਈ ਨਹੀਂ ਘਟਦਾ, ਕੋਈ ਗੱਲ ਨਹੀਂ, ਚੰਗੀ ਗੱਲ ਹੈ ਵੀ ਤੂੰ ਗੁਰਦੁਆਰੇ ਦੀ ਜਗ੍ਹਾ ਘੱਟ ਸੀ ਵਧਾ ਦਿੱਤੀ। ਪਰ ਉਹ 5 ਕਿੱਲਿਆਂ ਦੇ ਵਿੱਚ ਕੀਤਾ ਕੀ ਉਹਨਾਂ ਨੇ, ਕੀ ਵਰਤੋਂ ਲਿਆਂਦੀ, ਉਹਦੀ ਵਰਤੋਂ ਦਾ ਕੀ ਮੁੱਲ ਪਾਇਆ, ਅੱਗੇ ਕੌਮ ਨੂੰ ਕੀ ਦਿੱਤਾ। ਸੋਚ ਕੇ ਵੇਖੋ ਨਾ, ਇੱਕ ਗੁਰਦੁਆਰਾ ਸਾਹਿਬ ਅੱਜ ਤਿਆਰ ਹੋਣ ਤੇ ਘੱਟੋ ਘੱਟ 1 ਕਰੋੜ ਦੀ ਅਮਾਉਂਟ ਲੱਗਦੀ ਹੈ। 1 ਕਰੋੜ ਲਾ ਕੇ ਅਸੀਂ ਕੀ ਕੀਤਾ। ਸਾਡੇ ਪਿੰਡ ਦੇ ਲੋਕ ਤਾਂ ਭੁੱਖੇ ਮਰ ਰਹੇ ਨੇ। ਭੁੱਖੇ ਮਰਦੇ ਲੋਕ ਦੂਜਿਆਂ ਘਰਾਂ 'ਚ ਪਾੜ ਲਾ ਰਹੇ ਨੇ, ਚੋਰੀਆਂ ਕਰ ਰਹੇ ਨੇ। ਕਿਉਂ? ਕਿਉਂਕਿ ਅਸੀਂ ਸੰਭਾਲਿਆ ਨਹੀਂ। ਅਸੀਂ ਉਹਨਾਂ ਨੂੰ 10 ਦਿਨਾਂ ਦਾ ਰਾਸ਼ਨ ਵੀ ਨਹੀਂ ਲੈ ਕੇ ਦੇ ਸਕਦੇ ਵੀ ਤੂੰ ਰਾਸ਼ਨ ਲੈ, ਕੋਈ ਗੱਲ ਨਹੀਂ, ਹਾਂ ਦੂਜਿਆਂ ਵਾਂਗੂ ਮੈਂ ਤੈਨੂੰ ਦਿਹਾੜੀ ਤੇ ਵੱਧ ਨਹੀਂ ਰੱਖ ਸਕਦਾ, ਪਰ ਮੈਂ ਤੇਰਾ ਮਿਹਨਤਾਨਾ ਨਹੀਂ ਰੱਖਾਂਗਾ, ਤੈਨੂੰ ਮੈਂ 300, 350, 400 ਦਿਹਾੜੀ ਦੇਵਾਂਗਾ, ਤੂੰ ਮੇਰੇ ਕੋਲੇ ਕੰਮ ਕਰ, ਘੱਟ ਕਰ ਵੱਧ ਕਰ, ਕੋਈ ਗੱਲ ਨਹੀਂ। ਜਿੱਥੇ ਹੋਰ 4 ਤੁਰੇ ਫਿਰਦੇ ਨੇ, 1 ਤੂੰ ਲੱਗ। ਏਦਾਂ ਵੀ ਤਾਂ ਹੋ ਸਕਦਾ ਨਾ, ਪਰ ਨਹੀਂ, ਅਸੀਂ ਉਸ ਵਾਲੇ ਪਾਸੇ ਨਹੀਂ ਜਾਣਾ, ਅਸੀਂ ਹੋਰ ਪਾਸੇ। ਕਹਿੰਦੇ ਅੰਨ ਵਸਤਰ ਭੂਮ ਬਹੁ ਅਰਪੇ ਨਾ ਮਿਲੀਏ ਹਰ ਦੁਆਰ। ਇੰਨਾ ਕੁਛ ਦਾਨ ਕਰਨ ਤੇ ਵੀ ਪਰਮਾਤਮਾ ਦਾ ਦਰ ਨਹੀਂ ਮਿਲਦਾ। ਇੰਨਾ ਕੁਝ ਦਾਨ ਕਰਨ ਤੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਤੈਨੂੰ ਪਰਮਾਤਮਾ ਦਾ ਦਰ ਨਹੀਂ ਮਿਲੇਗਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਕਹਿੰਦੇ ਪੂਜਾ ਅਰਚਾ, ਮੂਰਤੀ ਦੀ ਪੂਜਾ ਕਰਨੀ, ਨਮਸਕਾਰ ਕਰਨੀ, ਡੰਡੇ ਵਾਂਗ ਸਿੱਧਾ ਪੈ ਕੇ ਡੰਡੌਤ ਕਰਨੀ, ਲੋਕ ਦਿਖਾਵਾ ਬਹੁਤ ਕਰਦੇ ਨੇ ਨਾ ਡੰਡੌਤਾਂ। ਡੰਡੌਤ ਕਰਦਾ, ਕੋਈ ਮੰਦਿਰ ਤੱਕ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਦੂਰ ਪਹਾੜਾਂ ਤੱਕ ਸਫ਼ਰ ਕਰਦਾ। ਜੀ ਕੀ ਕਰਦਾ? ਡੰਡੌਤ ਕਰਕੇ ਗਿਆ ਮੈਂ ਉੱਥੇ ਤੱਕ। ਹੰਕਾਰ। ਜੇ ਤੂੰ ਤੁਰ ਕੇ ਪੈਰਾਂ ਤੇ ਵੀ ਜਾਂਦਾ ਨਾ, ਪਰ ਸੱਚੇ ਦਿਲੋਂ ਜਾਂਦਾ, ਤੇਰਾ ਕਬੂਲ ਸੀ। ਡੰਡੌਤ ਕੀਤੀ ਹੋਈ ਪਿੰਡਾ ਘਸਾ ਕੇ ਖੂਨੋਂ ਖੂਨ ਕਰਕੇ ਉਹ ਕਿਸੇ ਕੰਮ ਨਹੀਂ। ਹੰਕਾਰ ਤਾਂ ਫੇਰ ਅੰਦਰ ਆ ਗਿਆ ਵੀ ਮੈਂ ਗਿਆ ਜੀ। ਨਹੀਂ ਕਹਿੰਦੇ ਖਟ ਕਰਮਾਂ ਰਤ ਰਹਿਤਾ। ਕਹਿੰਦੇ 6 ਕਰਮਾਂ ਦੇ ਕਾਰਨ ਕਰਨ ਦੇ ਵਿੱਚ ਮਸਤ ਰਿਹਾ, ਆਪਣੇ ਅੰਦਰ ਹੰਕਾਰ ਨੂੰ ਜਨਮ ਦਿੱਤਾ। ਹਉ ਹਉ ਕਰਤ ਬੰਧਨ ਮਹਿ ਭਰਿਆ ਨਾ ਮਿਲੀਏ ਇਹ ਜੋਤਾ। ਹੰਕਾਰ ਦੇ ਵਿੱਚ ਹਉ ਹਉ ਮੈਂ ਵੀ ਮੈਂ ਇਹ ਕੀਤਾ, ਮੈਂ ਇਹ ਕੀਤਾ। ਕਹਿੰਦੇ ਬੰਧਨ ਦੇ ਵਿੱਚ ਪੈ ਗਿਆ, ਹੋਰ ਵੱਧ ਬੰਧਨ ਪੈ ਗਿਆ। ਪਹਿਲਾਂ ਤਾਂ ਛਡਾਉਣਾ ਸੀ ਬੰਧਨ ਜਿਹੜਾ ਪਹਿਲਾਂ ਪਿਆ ਵਾ, ਪਰ ਹੋਰ ਬੰਧਨ ਮਨੁੱਖ ਨੇ ਆਪੇ ਆਪਣੇ ਗਲ ਵਿੱਚ ਪਾ ਲਿਆ। ਕਹਿੰਦੇ ਏਦਾਂ ਕੀਤਿਆਂ ਪਰਮਾਤਮਾ ਨਹੀਂ ਮਿਲਦਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਹਉ ਹਉ ਕਰਤ ਬੰਧਨ ਮਹਿ ਭਰਿਆ ਨਾ ਮਿਲੀਏ ਇਹ ਜੁਗਤਾ। ਸਾਡਾ ਇੱਕ ਅਸੂਲ ਹੈ ਵੀ ਅਸੀਂ ਦਰਬਾਰ ਸਾਹਿਬ ਚੱਪਲ ਬਾਹਰ ਉਤਾਰ ਕੇ ਆਉਣੇ ਆ, ਸਿਰ ਢੱਕ ਕੇ ਆਉਣੇ ਆ, ਹੱਥ ਪੈਰ ਧੋ ਕੇ ਆਉਣੇ ਆ, ਮੱਥਾ ਟੇਕਦੇ ਆ। ਪਰ ਜੇ ਕੋਈ ਕਹੇ ਵੀ ਮੈਨੂੰ ਮੱਥਾ ਟੇਕ ਕੇ ਸਭ ਕੁਝ ਮਿਲ ਜਾਵੇਗਾ, ਨਹੀਂ, ਕਹਿੰਦੇ ਏਦਾਂ ਨਹੀਂ ਹੋਣਾ। ਸੋ ਇਸ ਤਰੀਕੇ ਨਾਲ ਪਰਮਾਤਮਾ ਨਹੀਂ ਮਿਲਦਾ। ਜੋਗ ਸਿੱਧ ਆਸਣ 84 ਇਹ ਵੀ ਕਰ ਰਹੇ ਆ। ਜੋਗ ਆਸਣ ਕੀਤੇ, ਜਿੰਨੇ ਵੀ ਆਸਣ ਜੋਗੀਆਂ ਦੁਆਰਾ ਪ੍ਰਚਲਿਤ ਸੀ ਸਾਰੇ ਕਰ, ਕੋਈ ਪੁੱਠਾ ਲੰਕਿਆ, ਕੋਈ ਧੂਣੇ 'ਚ ਬੈਠਾ, ਕੋਈ ਗੁਫਾ 'ਚ ਬੈਠਾ, ਕੋਈ ਕਿਤੇ ਕੋਈ ਕਿਤੇ। ਕਹਿੰਦੇ ਸਭ ਕੁਝ ਕਰਕੇ ਵੇਖ ਲਿਆ, ਇਸ ਤਰੀਕੇ ਪਰਮਾਤਮਾ ਨਹੀਂ ਮਿਲਦਾ। ਹਰ ਸਿਉ ਸੰਗ ਨਾ ਗਏ।
ਕਹਿੰਦੇ ਪਰਮਾਤਮਾ ਦੇ ਨਾਲ ਸੰਗ ਨਹੀਂ ਹੋਇਆ, ਵੱਡੀ ਆਰਜਾ ਫਿਰ ਜਨਮ ਹੈ। ਬਹੁਤ ਵੱਡੇ ਜਨਮ ਦੀ ਇੱਛਾ ਵੀ ਦੁਬਾਰੇ ਮੈਂ ਫੇਰ ਮਨੁੱਖ ਬਣਾ, ਦੁਬਾਰੇ ਫਿਰ